ਗੁਰੂ ਰੂਪ ਖਾਲਸਾ ਸਤਿ ਸੰਗਤ ਜੀਓ ਵਡਭਾਗੇ ਹੋ। ਜੋ ਮਹਾਨ ਭਾਗਾਂ ਭਰੀ ਧਰਤੀ, ਪਾਵਨ ਅਸਥਾਨ ਸਾ ਧਰਤ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਈ। ਉਹ ਪਾਵਨ ਧਰਤੀ ਜਿੱਥੇ ਪੁੱਤਰਾਂ ਦੇ ਦਾਨੀ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ, ਵਾਲੀਏ ਕੁਲ ਆਲਮ ਸਾਹਿਬ ਮਾਲਕ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਪਾਵਨ ਧਰਤੀ ਨੂੰ ਪਵਿੱਤਰ ਕੀਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਤਰਸ ਪਿਆ ਮਹਿਰਾਮਤ ਹੋਈ, ਸਤਿਗੁਰ ਸੱਜਣ ਮਿਲਿਆ। ਗੁਰੂ ਨੇ ਰਹਿਮਤ ਬਖਸ਼ਿਸ਼ ਕਿਰਪਾ ਕਰਕੇ ਸਾਨੂੰ ਇਸ ਭਾਗ ਭਰਿਆ ਸਮਾਂ ਬਖਸ਼ਿਆ ਹੈ। ਤਰਸ ਕੀਤਾ ਸਾਡੇ 'ਤੇ। ਸਤਿਗੁਰਾਂ ਨੇ ਸਾਨੂੰ ਇਹ ਅਮੋਲਕ ਘੜੀਆਂ ਸਤ ਸੰਗਤ ਦੀਆਂ ਬਖਸ਼ੀਆਂ ਨੇ। ਅੰਮ੍ਰਿਤ ਵੇਲੇ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਣੀ ਰਾਹੀਂ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ ਰਹੇ ਨੇ। ਨਿਤਨੇਮ ਦੇ ਰਾਹੀਂ ਕਦੇ ਆਸਾ ਦੀ ਵਾਰ ਦੇ ਰਾਹੀਂ ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਮਾਂ ਹੋਇਆ ਹੈ ਗੁਰੂ ਕੀ ਸ਼ਬਦ ਦੀ ਵਿਚਾਰ ਦਾ। ਓਂਕਾਰ ਬਾਣੀ ਦੇ ਜੋ ਆਪਾਂ ਅਰਥ, ਮੂਲ ਅਰਥ ਜਿਹੜੇ ਨੇ ਜਿੰਨਾ ਕੁ ਹੋ ਸਕਦਾ ਸਤਿਗੁਰਾਂ ਦੀ ਰਹਿਮਤ ਬਖਸ਼ਿਸ਼ ਕਿਰਪਾ ਦੇ ਨਾਲ, ਕਿਉਂਕਿ ਸਤਿਗੁਰੂ ਜੀ ਇਤਿਹਾਸ ਦੇ ਬਚਨ ਹਨ। ਹਮ ਨਾ ਕਰ ਸਕਹਿ ਸਿਫਤ ਤੁਮਹਾਰੀ, ਆਪ ਲਿਓ ਤੁਮ ਕਥਾ ਸੁਧਾਰੀ। ਸਤਿਗੁਰ ਦੀ ਬਾਣੀ ਦੇ ਬਚਨ ਹਨ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਰਸ਼ਨ ਦਾਸ ਕਹੇ ਜਨ ਨਾਨਕ, ਜਿਹਾ ਤੂੰ ਕਰਾਏ ਹੀ ਤੇਹਾ ਹਾਉ ਕਰੀ ਬਖਿਆਨ। ਮਹਾਰਾਜ ਜਿੱਦਾਂ ਤੂੰ ਬੋਲ ਬੁਲਾਉਣਾ ਉੱਦਾਂ ਬੋਲ ਲੈਂਦੇ ਆ। ਇਸ ਤਰ੍ਹਾਂ ਕਰਕੇ ਪਾਵਨ ਬਾਣੀ ਓਂਕਾਰ ਦੇ ਜੋ ਰਹਾਉ ਦੇ ਵੰਗ ਦੇ ਵਿੱਚ ਵੀ ਆਪਾਂ ਨੇ ਸਮਝਣਾ ਕੀਤਾ ਸੀ। ਪਾਂਡੇ ਇੱਕ ਪੰਡਤ ਦੇ ਰਾਹੀਂ ਸਾਨੂੰ ਸਾਰੀ ਲੋਕਾਈ ਨੂੰ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਉਪਦੇਸ਼ ਕਰਦੇ ਨੇ। ਰਿਖਲਾਮ ਨਾਮ ਗੁਰ ਗੋਪਾਲਾ। ਪੜ੍ਹਾਈਆਂ ਬਥੇਰੀਆਂ ਨੇ ਸੰਸਾਰ ਵਿੱਚ, ਕੋਈ ਵੀ ਪੜ੍ਹਾਈ ਮਾੜੀ ਨਹੀਂ, ਪਰ ਸਤਿਗੁਰ ਕਹਿੰਦੇ ਪੜ੍ਹਾਈ ਉਹ ਕਰ ਜਿਹਦੇ ਵਿੱਚ ਉਸ ਪਰਮੇਸ਼ਰ ਦਾ ਤੇਰੇ ਮਨ ਵਿੱਚ ਚਾਅ ਪੈਦਾ ਹੋ ਜਾਵੇ। ਉਸੇ ਗੱਲ ਨੂੰ ਤੀਜੀ ਪੌੜੀ ਦੇ ਰਾਹੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਮਝਾਉਣਾ ਕਰਦੇ ਨੇ। ਕੀ ਕਹਿ ਰਹੇ ਨੇ ਇਸ ਪਾਵਨ ਪੌੜੀ ਦੇ ਰਾਹੀਂ? ਆਓ ਮਨ ਬਿਰਤੀਆਂ ਕਰੀਏ ਜੀ ਇਕਾਗਰ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਇੱਕ ਵਾਰ ਮੁਖ ਨੂੰ ਕਰੋ ਜੀ ਪਵਿੱਤਰ, ਉਚਾਰਨ ਕਰੋ ਜੀ ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸਤਿਗੁਰੂ ਜੀ ਕੀ ਕਰਦਾ ਨੇ? ਤੱਦਾ ਧਰਮ ਤਰੇ ਧਰਮੀ ਪਰ, ਗੁਣਕਾਰੀ ਮਨ ਧੀਰਾ। ਹੁਣ ਪਹਿਲੀ ਪੰਕਤੀ ਦੇ ਰਾਹੀਂ ਧੱਦਾ ਅੱਖਰ ਹੈ, ਕੱਲ੍ਹ ਸੱਸੇ ਅੱਖਰ ਦੇ ਰਾਹੀਂ ਸਮਝਾਇਆ ਸੀ, ਕਿਉਂਕਿ 35 ਅੱਖਰਾਂ ਦੀ ਜਿਹੜੀ ਵਿਚਾਰ ਹੈ ਇਹ ਸ਼ਬਦ ਓਂਕਾਰ ਬਾਣੀ 35 ਅੱਖਰਾਂ ਦੇ ਨਾਲ ਸਮਝਾਇਆ ਗਿਆ। 35 ਅੱਖਰ ਸਾਨੂੰ ਸਾਰੇ ਪਤਾ ਨੇ, ਕਿਉਂਕਿ ਅਸੀਂ ਸਾਡੇ ਬੱਚਿਆਂ ਨੂੰ ਪੜ੍ਹਾਉਣੇ ਆ। ਊੜੇ ਤੋਂ ਲੈ ਕੇ ਰਾੜੇ ਤੱਕ ਜਿਹੜਾ ਸ਼ਬਦ ਹੈ ਅਸੀਂ ਪੜ੍ਹਾਉਂਦੇ ਹਾਂ ਆਪਣੇ ਬੱਚਿਆਂ ਨੂੰ। 35 ਅੱਖਰ ਜਿਹੜੇ ਨੇ ਅਸੀਂ ਸਾਰੇ ਪੜ੍ਹਾਉਂਦੇ ਹਾਂ ਬੱਚਿਆਂ ਨੂੰ। ਉਹਨਾਂ 35 ਅੱਖਰਾਂ ਦੇ ਵਿੱਚ ਕੁਝ ਅੱਖਰ ਇੱਦਾਂ ਦੇ ਨੇ ਜਿਵੇਂ ਨਾਣਾ ਨਾ ਉਹਨੂੰ ਕਹਿ ਦਿੰਦੇ ਨਾਣਾ ਖਾਲੀ, ਪਰ ਗੁਰੂ ਕੀ ਬਾਣੀ ਵਿੱਚ ਕੋਈ ਵੀ ਅੱਖਰ ਖਾਲੀ ਨਹੀਂ ਹੈ। ਗੁਰੂ ਕੀ ਬਾਣੀ ਨੇ ਸਾਨੂੰ ਹਰ ਇੱਕ ਅੱਖਰ ਦਾ ਅਰਥ ਸਮਝਾਉਣਾ ਕੀਤਾ ਵੀ ਕਿਸ ਤਰ੍ਹਾਂ ਇਹ ਅੱਖਰ ਕੀ ਕਹਿ ਰਿਹਾ ਹੈ। ਕੱਲ੍ਹ ਆਪਾਂ ਨੇ ਸੱਸੇ ਅੱਖਰ ਦੇ ਰਾਹੀਂ ਸਮਝਣਾ ਕੀਤਾ ਸੀ ਗੁਰੂ ਕੀ ਬਾਣੀ ਦੀ ਵਿਚਾਰ। ਅੱਜ ਧੱਦੇ ਅੱਖਰ ਦੇ ਰਾਹੀਂ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ 'ਤੇ ਕਿਰਪਾ ਕਰਦੇ ਨੇ
ਇਸ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਧਰਮ ਦੀ ਗੱਲ ਕਰਦੇ ਨੇ। ਸੱਚ ਸੁਣਾਏ ਸੱਚ ਕੀ ਵੇਲਾ ਤਲੰਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਕਹਿੰਦੇ ਵੀ ਸੱਚ ਦੀ ਵੇਲਾ, ਸੱਚ ਦੀ ਵਿਚਾਰ ਸੁਣਾਉਣੀ ਹੈ। ਤੇ ਜਦੋਂ ਸੱਚ ਦੀ ਵਿਚਾਰ ਦੀ ਗੱਲ ਕਰਦੇ ਹਾਂ ਤੇ ਫਿਰ ਕਹਿੰਦੇ ਧਰਮ ਸਾਨੂੰ ਦੱਸਣ ਵਾਲਾ ਇੱਕ ਹੀ ਹੁੰਦਾ ਹੈ, ਗਿਆਨ ਸਾਨੂੰ ਮਿਲਦਾ ਗੁਰੂ ਦੇ ਕੋਲੋਂ, ਤੇ ਗੁਰੂ ਸਾਨੂੰ ਸਮਝਾਉਂਦਾ ਵੀ ਧਰਮ ਕਿੱਦਾਂ ਦਾ ਹੁੰਦਾ ਹੈ। ਧਰਮ ਕਹਿੰਦੇ ਕਿਹਨੂੰ ਨੇ, ਧਰਮ ਦੀ ਕੀ ਪਰਿਭਾਸ਼ਾ ਹੈ, ਧਰਮ ਦੇ ਵਿੱਚ ਕੀ ਡੈਫੀਨੇਸ਼ਨ ਕਹਿ ਸਕਦੇ ਹਾਂ ਉਹਦੀ, ਕਿ ਧਰਮ ਸਾਨੂੰ ਸਿਖਾਉਂਦਾ ਕੀ ਹੈ। ਜਿਹੜੀ ਧਰਮ ਦੀ ਸਿੱਖਿਆ ਉਹ ਸਾਡੇ ਕੋਲੇ ਬਾਅਦ 'ਚੋਂ ਆ ਸਕਦੀ ਹੈ, ਪਰ ਸਾਡੇ ਕੋਲੇ ਧਰਮ ਕਿੱਥੋਂ ਆਉਂਦਾ ਹੈ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਪੁੱਛਣਾ ਕਰੀਏ ਵੀ ਬਾਬਾ ਨਾਨਕ ਸਾਨੂੰ ਦੱਸੋ ਧਰਮ ਕਿੱਥੋਂ ਆਉਂਦਾ ਹੈ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਧੌਲ ਧਰਮ ਦਇਆ ਕਾ ਪੂਤ। ਧੌਲ ਧਰਮ ਦਇਆ ਕਾ ਪੂਤ। ਸੱਚੇ ਪਾਤਸ਼ਾਹ ਕਹਿੰਦੇ ਲੋਕ ਅਖਵਾਈ ਜਾ ਰਹੇ ਨੇ ਧਰਮੀ, ਪਰ ਕਹਿੰਦੇ ਅੰਦਰ ਦਇਆ ਨਹੀਂ ਹੈ, ਤੇ ਅੰਦਰ ਦਇਆ ਨਾ ਹੋਣ ਕਰਕੇ ਕਹਿੰਦੇ ਉਹ ਧਰਮ ਕਹਿੰਦੇ ਸਿਰਫ ਤੇ ਸਿਰਫ ਇੱਕ ਵਿਖਾਵਾ ਬਣ ਕੇ ਰਹਿ ਗਿਆ। ਹੁਣ ਥੋੜ੍ਹੀ ਜਿਹੀ ਇਸ ਧਰਮ ਦੀ ਵਿਚਾਰ ਕਰੀਏ, ਧਰਮ ਦੇ ਅਰਥ ਕੀ ਬਣਦੇ ਨੇ। ਜਿਹੜੇ ਧਰਮ ਦੇ ਅਰਥ ਕਹਿੰਦੇ ਸਮਝਾਉਣਾ ਕੀਤੇ ਨੇ ਇਸ ਪੌੜੀ ਵਿੱਚ, ਗੁਰੂ ਦੀ ਪਰਿਭਾਸ਼ਾ ਸਮਝਾਈ ਹੈ, ਧਰਮ ਦੀ ਪਰਿਭਾਸ਼ਾ ਸਮਝਾਈ ਹੈ। ਹੁਣ ਧਰਮ ਦੇ ਅਰਥ ਕੀ ਬਣਦੇ ਨੇ। ਧਰਮ ਦੇ ਅਰਥ ਬਣਦੇ ਹਨ ਜੋੜ ਕੇ ਰੱਖਣਾ, ਬਣਾ ਕੇ ਰੱਖਣਾ, ਜਾਂ ਕਿਹਦੀ ਕਾਇਮ ਰੱਖਣਾ, ਜਾਂ ਕਿਸੇ ਦੇ ਨਾਲ ਜੋੜੀ ਰੱਖਣਾ। ਧਰਮ ਸਿਖਾਉਂਦਾ ਜੋੜਨਾ, ਤੇ ਧਰਮ ਕਦੇ ਸਾਨੂੰ ਇਹ ਨਹੀਂ ਕਹਿੰਦਾ ਵੀ ਫਲਾਣੇ ਨਾਲੋਂ ਟੁੱਟ ਜਾ, ਕਿਉਂਕਿ ਸਾਨੂੰ ਅੱਜ ਤਾਂ ਇਹੀ ਗੱਲ ਕਹੀ ਜਾ ਰਹੀ ਹੈ ਨਾ, ਅੱਜ ਹੀ ਸਾਨੂੰ ਇਹੀ ਗੱਲ ਸਮਝਾਈ ਜਾ ਰਹੀ ਹੈ। ਜਦੋਂ ਧਰਮ ਦੀ ਗੱਲ ਹੁੰਦੀ ਹੈ ਤੇ ਧਰਮ ਦੀ ਗੱਲ ਕਰਦੇ ਆ ਨਾ ਜਦੋਂ, ਤੇ ਅਸੀਂ ਇੱਕ ਮੈਂ ਗੱਲ ਕਹਿ ਦੇਵਾਂ ਕਿ ਅਸੀਂ ਜਿਹੜੇ ਗ੍ਰੰਥੀ ਸਿੰਘ ਹੈ ਨਾ, ਜਾਂ ਕਹੀਏ ਵੀ ਕੋਈ ਵੀ ਧਰਮ ਦਾ ਮਨੁੱਖ ਹੈ, ਤੇ ਉਹ ਮਨੁੱਖ ਨੂੰ ਧਰਮ ਦੀ ਜਦੋਂ ਗੱਲ ਕਰਦਾ ਤੇ ਉਹ ਇੱਕਦਮ ਚੁੱਪ ਹੋ ਜਾਂਦਾ। ਕਾਰਨ ਕੀ ਹੈ ਉਹਦਾ। ਅਸੀਂ ਧਰਮ ਕਹਿੰਦੇ ਵੀ ਦੂਸਰੇ ਲੋਕ ਅਸੀਂ ਸਮਝਾਉਂਦੇ ਹਾਂ ਵੀ ਹਾਂਜੀ ਬਾਬਾ ਜੀ ਤੁਹਾਡਾ ਬੱਚਾ ਬਹੁਤ ਵਧੀਆ, ਜਾਂ ਕਹਿੰਦੀ ਮੇਰੇ ਵਰਗੇ ਨੂੰ ਕਹਿ ਦਿੰਦਾ ਜੀ ਬਹੁਤ ਵਧੀਆ ਕੀਤਾ, ਨਸ਼ੇ ਤੋਂ ਬਚਿਆ ਹੋਇਆ, ਧਰਮ ਵਾਲੇ ਪਾਸੇ ਲੱਗਿਆ ਹੋਇਆ। ਜਦੋਂ ਇਹ ਗੱਲ ਹੁੰਦੀ ਹੈ ਨਾ ਤੇ ਧਰਮ ਦੀ, ਤੇ ਕਹਿੰਦੀ ਜੀ ਧਰਮ ਵਾਲੇ ਪਾਸੇ ਲੱਗਿਆ ਹੋਇਆ, ਬਹੁਤ ਵਧੀਆ ਚੰਗੀ ਗੱਲ ਹੈ। ਪਰ ਕਹਿੰਦੇ ਜਦੋਂ ਸਾਡੇ ਵਰਗੇ ਮਨੁੱਖ, ਸਾਡੇ ਵਰਗੇ ਨੌਜਵਾਨ ਨੇ ਨਾ ਜਿਹੜੇ, ਜੇ ਧਰਮ ਦੇ ਵਿੱਚ ਲੱਗੇ ਹੋਏ ਨੇ, ਤਾਂ ਇਹਦਾ ਮਤਲਬ ਸਾਨੂੰ ਵੇਖ ਕੇ ਇਹ ਚਾਹੀਦਾ ਸੀ ਵੀ ਮੈਂ ਆਪਣੇ ਬੱਚੇ ਨੂੰ ਵੀ ਗ੍ਰੰਥੀ ਸਿੰਘ ਬਣਾ ਦੇਵਾਂ, ਮੈਂ ਆਪਣੇ ਬੱਚੇ ਨੂੰ ਵੀ ਬਾਣੀ ਪੜ੍ਹਨ ਲਾ ਦੇਵਾਂ। ਪਰ ਕਹਿੰਦੇ ਜਿਸ ਦਿਨ ਕਿਸੇ ਨੂੰ ਕਿਹਾ ਜਾਂਦਾ ਨਾ ਵੀ ਤੇਰੇ ਬੱਚੇ ਨੂੰ ਸੰਥਿਆ ਕਰਵਾ ਦਈਏ, ਤੇਰੇ ਬੱਚੇ ਨੂੰ ਜਪਜੀ ਸਾਹਿਬ ਦਾ ਪਾਠ ਸਿਖਾ ਦਈਏ, ਨਾ ਜੀ ਬਾਬਾ ਜੀ ਸਾਡੇ ਕੋਲ ਟਾਈਮ ਨਹੀਂ ਹੈ, ਮੇਰੇ ਬੱਚੇ ਦਾ ਪੜ੍ਹਾਈ ਕਰਨੀ ਹੈ। ਵੀ ਅਸੀਂ ਜਿਹੜੇ ਲੋਕ ਹੈ ਅਸੀਂ ਵੀ ਤਾਂ ਪੜ੍ਹਾਈ ਕਰ ਰਹੇ ਹਾਂ ਨਾ, ਸਾਡੀ ਵੀ ਤਾਂ ਪੜ੍ਹਾਈ ਦਾ ਹੱਕ ਹੈ, ਤੇ ਸਾਨੂੰ ਵੀ ਇਸ ਗੱਲ ਵੱਲ ਆਉਣ ਦਾ ਹੱਕ ਹੈ। ਪਰ ਕਹਿੰਦੇ ਕਿਉਂ ਅਸੀਂ ਪਿੱਛੇ ਨੂੰ, ਜਿਹੜੇ ਅੱਜ ਦੇ ਲੋਕ ਨੇ ਕਿਉਂ ਜਾ ਰਹੇ ਨੇ ਪਿੱਛੇ ਨੂੰ, ਕਿਉਂਕਿ ਗ੍ਰੰਥੀ ਸਿੰਘ ਦੀ ਕੋਈ ਇੱਜ਼ਤ ਮਾਣ ਨਹੀਂ। ਅੱਜ ਧਰਮ ਦੀਆਂ ਗੱਲਾਂ ਬਹੁਤ ਕਰਦੇ ਆ ਗੁਰਮੁਖ ਪਿਆਰਿਓ, ਧਰਮ ਦੀ ਵਿਚਾਰ ਬਹੁਤ ਲਾਉਂਦੇ ਆ। ਅਸੀਂ ਵੇਖਦੇ ਹਾਂ ਨਾ ਇੱਕ ਵਿਆਹ ਦਾ ਕਾਰਜ ਰਚਿਆ ਹੋਵੇ, ਧਰਮ ਦੀ ਗੱਲ ਕਰਦੇ ਹਾਂ ਆਪਾਂ, ਗੱਲਾਂ ਵਾਸਤੇ ਧਰਮ ਬਹੁਤ ਹੈ, ਵੀ ਗੱਲਾਂ ਜੀ ਬਹੁਤ ਕਰਦੇ ਆ ਧਰਮ ਦੀਆਂ। ਪਰ ਕਹਿੰਦੇ ਵਿਆਹ ਦਾ ਕਾਰਜ ਰਚਿਆ ਹੋਵੇ, ਕਹਿੰਦੇ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਖਰਚੇ ਗਣਿਆ ਕਿ ਕਹਿੰਦੇ 6,30,000 ਦਾ ਖਰਚਾ, ਮੰਨ ਲਓ ਇੱਕ ਮਾਮੂਲੀ ਜਿਹੇ ਵਿਆਹ 'ਤੇ ਆ ਗਿਆ ਖਰਚਾ, ਤੇ ਉਹ ਵਿਆਹ ਦੇ ਵਿੱਚ ਕਹਿੰਦੇ ਜਦੋਂ ਗ੍ਰੰਥੀ ਸਿੰਘ ਜਾਂ ਪਾਠੀ ਸਿੰਘ ਜਾਂ ਕਿਸੇ ਵੀ ਧਰਮ ਦੇ ਵਿੱਚ ਲਾਈਏ, ਧਰਮ ਦੇ ਲੋਕਾਂ ਨੂੰ ਕਹਿੰਦੇ ਜਦੋਂ ਗੱਲ ਕਰੀ ਜਾਂਦੀ ਹੈ ਤੇ ਉਸ ਸਮੇਂ ਨਾ ਫਿਰ ਗ੍ਰੰਥੀ ਸਿੰਘ ਜੇ ਅਰਦਾਸ ਕਰਦਾ ਤੇ ਕਹਿੰਦੇ ਇੱਕ 100 ਰੁਪਈਆ ਵੀ ਦੇ ਦਿੰਦੇ, ਤੇ 10 ਘਰਾਂ ਨੂੰ ਜਾ ਕੇ ਦੱਸਦੇ ਮੈਂ ਬਾਬਾ ਜੀ ਨੂੰ ਦਿੱਤਾ ਸੀ। ਜਿਹੜਾ 50,000 ਕਹਿੰਦੇ ਹਲਵਾਈ ਨੇ ਮੰਗ ਲਿਆ, ਜਾਂ ਕਹਿੰਦੀ ਵੀ ਜਾਂ ਸ਼ਰਾਬ ਆਦਿਕ ਤੇ ਮੀਟ ਆਦਿਕ ਤੇ ਲਾ ਦਿੱਤਾ, ਉਹ ਕਿਸੇ ਨੂੰ ਯਾਦ ਨਹੀਂ ਹੈ। ਜਾਂ 3 ਲੱਖ ਕਿਸੇ ਗਾਇਕ ਨੇ ਮੰਗ ਲਿਆ, ਉਹ ਕਿਸੇ ਨੂੰ ਯਾਦ ਨਹੀਂ ਹੈ। ਗੁਰਮੁਖ ਫਿਰ ਧਰਮ ਦੀਆਂ ਗੱਲਾਂ ਕਰਦੇ ਹਾਂ ਅਸੀਂ, ਧਰਮ ਨੂੰ ਅਖਵਾਉਣ ਵਾਲੇ ਨਾ ਅਸੀਂ ਧਰਮ ਦੀਆਂ ਗੱਲਾਂ ਕਰਦੇ ਹਾਂ। ਇਹ ਸਾਰਾ ਕੁਝ ਹੋ ਜਾਂਦਾ ਹੈ
ਤੇ ਗ੍ਰੰਥੀ ਸਿੰਘ ਜੇਕਰ ਕਹਿੰਦੇ 1 ਰੁਪਈਆ ਵੀ ਵੱਧ ਮੰਗ ਲੈਣਾ ਤੇ ਲੋਕਾਂ ਦੀ ਬੋਲੀ ਇਹ ਹੈ ਸੰਗਤ ਜੀ, ਲੋਕਾਂ ਦੀ ਬੋਲੀ ਹੈ ਕਿ ਕੀ ਕਰਦੇ ਨੇ ਕਿ ਬਾਬਾ ਜੀ ਤੁਸੀਂ ਤਾਂ ਬਾਣੀ ਵੇਚ ਰਹੇ ਹੋ, ਬਾਣੀ ਵੇਚ ਰਹੇ ਹੋ। ਦੇਖੋ ਇੱਕ ਗੱਲ ਵੇਖਣ ਵਾਲੀ ਹੈ, ਇੱਕ ਦੁਕਾਨ ਤੇ ਜਾਂਦੇ ਹਾਂ ਆਪਾਂ ਤੇ ਦੁਕਾਨ ਤੇ ਜਾ ਕੇ ਨਾ ਕਿਸੇ ਧਰਮ ਦੀ ਗੱਲ ਨਹੀਂ ਕਰਦੇ, ਉੱਥੇ ਕੋਈ ਨਹੀਂ। ਜੇ ਡਾਕਟਰ ਨੇ ਕਹਿ ਦਿੱਤਾ ਨਾ ਵੀ 50,000 ਲੱਗੂਗਾ ਤੇ ਉਹਨੂੰ ਇਹ ਨਹੀਂ ਕਹਿੰਦੇ ਵੀ 49,999 ਰੁਪਏ ਲੈ ਲਾ, ਰੁਪਈਆ ਵੀ ਨਹੀਂ ਘਟਾਉਂਦੀ ਉਹਦੇ 'ਚੋਂ। ਕਈ ਵਾਰ ਮਨ ਦੇ ਵਿੱਚ ਹੁੰਦੀ ਵੀ ਇਹ ਗੱਲਾਂ ਤੋਰ ਕੇ ਬਹਿ ਜਾਂਦੇ ਨੇ। ਸਾਡੀ ਦੁਖਿਆਰ ਹੈ, ਸਾਡਾ ਦੁੱਖ ਹੈ, ਇਹ ਸਾਡੀ ਵਿਥਾ ਹੈ। ਅੱਜ ਕਹਿੰਦੇ ਵੀ ਧਰਮ ਦਾ ਪ੍ਰਚਾਰ ਨਹੀਂ ਹੋ ਰਿਹਾ ਜੀ, ਵੀ ਪ੍ਰਚਾਰ ਕਿੱਥੋਂ ਕਰਾਂਗੇ ਦੱਸੋ ਜੀ? ਪ੍ਰਚਾਰ ਕੌਣ ਕਰੇਗਾ? ਜਿਹੜੇ ਏਡੇ ਵੱਡੇ ਕੋਈ ਬਹੁਤ ਵਧੀਆ ਕਥਾਵਾਚਕ ਨੇ, ਮੰਨ ਲਓ ਆਪਾਂ ਕੋਈ ਕਥਾਵਾਚਕ ਦੀ ਗੱਲ ਨਹੀਂ ਕਰਦੇ, ਆਪਾਂ ਨਹੀਂ ਕਰਦੇ, ਪਰ ਜਿਨ੍ਹਾਂ ਨੇ 10 ਸਾਲ 5 ਸਾਲ 3 ਸਾਲ ਲਾ ਲਓ 2 ਸਾਲ ਵੀ ਜਿਹਨੇ ਲਾਏ ਨੇ, ਉਹ ਬੰਦੇ ਨੇ 2 ਸਾਲ ਆਪਣੇ ਜ਼ਿੰਦਗੀ ਦੇ ਲਾ ਕੇ ਪਹਿਲਾਂ ਵਿੱਦਿਆ ਪ੍ਰਾਪਤ ਕੀਤੀ ਧਰਮ ਦੀਆਂ ਗੱਲਾਂ। ਮੈਂ ਭਾਈ ਮੈਂ ਦੱਸੂਗਾ ਜਾ ਕੇ ਲੋਕਾਂ ਨੂੰ ਵੀ ਧਰਮ ਵੱਲ ਲੱਗੋ ਭਾਈ, ਚੰਗੀ ਗੱਲ ਹੈ। ਮੈਂ 2 ਸਾਲ 3 ਸਾਲ ਕਹਿੰਦੇ ਉਹ ਬੰਦੇ ਨੇ ਆਪਣੇ ਜ਼ਿੰਦਗੀ ਦੇ ਲਾ ਦਿੱਤੇ। ਪਰ ਕਹਿੰਦੇ ਜਿਸ ਦਿਨ ਉਹਨੇ ਗੁਰਦੁਆਰਾ ਸਾਹਿਬ ਦੇ ਕਿਸੇ ਲੋਕਲ ਗੁਰੂ ਘਰ ਦੇ ਵਿੱਚ ਡਿਊਟੀ ਵੀ ਕੀਤੀ ਨਾ ਜਾ ਕੇ, ਤੇ ਉਸ ਬੰਦੇ ਨੂੰ ਕਹਿੰਦੇ ਇੱਥੇ ਤੱਕ ਵੀ ਨਹੀਂ ਹੋਇਆ ਵੀ ਉਹਦੀ ਸੈਲਰੀ ਵੀ ਪੂਰੀ ਹੋ ਸਕੇ। ਉਹਦੇ ਖਰਚੇ ਤਾਂ ਬਾਅਦ ਦੀਆਂ ਗੱਲਾਂ ਨੇ, ਸੈਲਰੀ ਵੀ ਪੂਰੀ ਹੋ ਸਕੇ, ਗੱਲਾਂ ਧਰਮ ਦੀਆਂ ਕਰਦੇ ਆ। ਹੁਣ ਕਹਿੰਦੇ ਜਦੋਂ ਇੰਨਾ ਕੁ ਦੇਣਾ ਪੈਂਦਾ ਤੇ ਕਿਤੇ ਤੇ ਧਰਮ ਵੇਚ ਦਿੱਤਾ ਜੀ। ਹੁਣ ਸੱਚੇ ਪਾਤਸ਼ਾਹ ਮੇਰੇ ਕਿਤੇ ਗੱਗਿਆ ਤਾਂ ਕੰਮ ਸੀ ਜੀ ਵੀ ਜੋੜ ਕੇ ਰੱਖਣਾ ਧਰਮ ਦੇ ਨਾਲ। ਇੱਕ ਗ੍ਰੰਥੀ ਨੇ, ਇੱਕ ਮੁੱਲਾ ਨੇ, ਇੱਕ ਪੰਡਤ ਨੇ ਰੱਖਣਾ ਤਾਂ ਜੋੜ ਕੇ ਸੀ, ਪਰ ਕਹਿੰਦੇ ਜੋੜਨ ਵਾਲੇ ਹਾਲਾਤ ਨਹੀਂ ਰਹੇ। ਕਿਉਂਕਿ ਅੱਜ ਜੇ ਬੰਦੇ ਦਾ ਕਹਿੰਦੇ ਆਪਦਾ ਮਨ ਹੀ ਨਹੀਂ ਪੂਰਾ, ਜਿਹੜਾ ਬੰਦੇ ਦਾ ਮੰਨ ਲਓ ਮੇਰੀ ਉਮੰਗ ਹੈ ਕੋਈ, ਮੇਰੀ ਕਾਮਨਾ ਕੋਈ ਪੂਰੀ ਨਾ ਹੋਵੇ, ਤੇ ਕਹਿੰਦੇ ਮੈਂ 10 ਸਾਲ 20 ਸਾਲ ਗੁਰਦੁਆਰੇ ਦੇ ਵਿੱਚ ਲਾ ਦੇਵਾਂ ਤੇ ਗੁਰਮੁਖ ਪਿਆਰਿਓ, ਤੇ ਫਿਰ ਉਸ ਸਮੇਂ ਬੰਦੇ ਦਾ ਮਨ ਟੁੱਟ ਜਾਂਦਾ ਹੈ ਇਸ ਗੱਲ ਤੋਂ ਵੀ ਮੈਂ ਇੰਨਾ ਟਾਈਮ ਹੋ ਗਿਆ। ਗੁਰੂ ਤੋਂ ਨਹੀਂ ਟੁੱਟਦਾ, ਮੈਂ ਇਹ ਵੀ ਗੱਲ ਨਾਲ ਕਹਿ ਦੇਵਾਂ, ਕਿਉਂਕਿ ਕਈ ਵਾਰਾਂ ਦੇ ਮਨਾਂ ਦੇ ਵਿੱਚ ਆ ਜਾਂਦਾ ਗੁਰੂ ਤੋਂ ਕਦੇ ਮਨ ਨਹੀਂ ਟੁੱਟਦਾ, ਕਿਉਂਕਿ ਗੁਰੂ 'ਤੇ ਪ੍ਰਭਾਸਾ ਹੁੰਦਾ, ਗੁਰੂ 'ਤੇ ਭਰੋਸਾ ਹੁੰਦਾ, ਗੁਰੂ 'ਤੇ ਇਹ ਗੱਲ ਦੀ ਯਕੀਨ ਹੁੰਦਾ ਵੀ ਗੁਰੂ ਮੈਨੂੰ ਰੋਜੀ ਦੇਵੇਗਾ। ਗ੍ਰੰਥੀਪਣੇ ਦੇ ਵਿੱਚੋਂ ਨਹੀਂ ਤੇ ਮੈਨੂੰ ਗੁਰੂ ਹੋਰ ਕੰਮ ਦੇ ਵਿੱਚੋਂ ਦੇ ਦੇਵੇਗਾ, ਗੁਰੂ ਦੇਵੇਗਾ। ਪਰ ਲੋਕਾਂ ਤੋਂ ਇਹ ਭਰੋਸਾ ਉੱਠ ਜਾਂਦਾ ਵੀ ਇੱਥੇ 100 ਰੁਪਈਆ ਦੇ ਕੇ ਵੀ ਜੇ ਗਣਾਉਣਾ ਹੀ ਆ ਨਾ, ਤੇ ਫਿਰ ਗੁਰਮੁਖ ਪਿਆਰੇ ਉਹ ਗ੍ਰੰਥੀ ਨੂੰ ਦੇਣ ਦੀ ਲੋੜ ਵੀ ਨਹੀਂ ਹੈ, ਉਹ ਦੇਣ ਦੀ ਲੋੜ ਨਹੀਂ। ਤੇ ਕਹਿਣ ਦਾ ਭਾਵ ਕੀ ਹੈ, ਜਦੋਂ ਇੱਦਾਂ ਦੇ ਕਾਰਜਾਂ ਦੇ ਵਿੱਚ ਅਸੀਂ ਵੇਖੀ ਜਾਂਦੇ ਹਾਂ ਵੀ ਆਹ ਵੀ ਕੁਝ ਧਰਮ ਦੇ ਕਾਰਜ, ਮੈਂ ਆਪਣਾ ਮੁੰਡਾ ਇਸ ਪਾਸੇ ਵੱਲ ਨਹੀਂ ਲਾਉਣਾ ਜੀ। ਕਿਉਂ? ਮੈਂ ਤਾਂ ਆਪਣੇ ਬੱਚੇ ਨੂੰ ਇੰਜੀਨੀਅਰ ਬਣਾਉਣਾ, ਮੈਂ ਤਾਂ ਆਪਣੇ ਬੱਚੇ ਨੂੰ ਪਾਇਲਟ ਬਣਾਉਣਾ, ਮੈਂ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ, ਤੇ ਗ੍ਰੰਥੀ ਦਾ ਬੱਚਾ ਗ੍ਰੰਥੀ ਬਣ ਕੇ ਰਹਿ ਜਾਵੇ ਗੱਲਾਂ। ਅੱਜ ਕੋਈ ਵੀ ਕਈ ਵਾਰ ਪ੍ਰਚਾਰਕ ਆਉਂਦੇ ਨੇ, ਵੇਖਦੇ ਹਾਂ, ਕਈ ਇਹਨਾਂ ਤੋਂ ਸੁਣਦੇ ਵੀ ਹਾਂ, ਸੋਸ਼ਲ ਮੀਡੀਆ 'ਤੇ ਵੀ ਸੁਣਦੇ ਹਾਂ ਵੀ ਮੈਂ ਬੱਚਾ ਆਪਣਾ ਗ੍ਰੰਥੀਪਣੇ ਵਿੱਚ ਨਹੀਂ ਪਾਵਾਂਗਾ। ਉਹਨਾਂ ਦੀ ਸੈਲਰੀ ਪੂਰੀ ਕਰ ਦੇਵੋ, ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰ ਦੇਵੋ, ਤੇ ਆਪਾਂ ਕਹਿੰਦੇ ਹੁੰਦੇ ਨਾ ਵੀ ਭਾਈ ਇਹ ਤਾਂ ਫ੍ਰੀ ਵਿੱਚ ਕਰੇ, ਤੇ ਗ੍ਰੰਥੀ ਫ੍ਰੀ ਵਿੱਚ ਡਿਊਟੀ ਵੀ ਕਰੇਗਾ, ਫ੍ਰੀ ਵਿੱਚ ਪਾਠ ਵੀ ਤੁਹਾਡੇ ਘਰਾਂ ਵਿੱਚ ਕਰੇਗਾ। ਉਹਦੇ ਘਰ ਦਾ ਖਾਣ ਦਾ ਖਰਚਾ, ਉਹਦੇ ਬੱਚਿਆਂ ਦੀ ਫੀਸ ਦਾ ਖਰਚਾ, ਉਹਦੇ ਪਰਿਵਾਰ ਦੀ ਸਿਹਤਮੰਦੀ ਦਾ ਖਰਚਾ, ਕਹਿੰਦੇ ਜਦੋਂ ਸਾਰਾ ਖਰਚਾ ਉਹਦਾ ਹੋ ਗਿਆ ਨਾ ਪੂਰਾ, ਤੇ ਪਰ ਕਹਿੰਦੇ ਉਹ ਫਿਰ ਸੱਚ ਦੀ ਵਿਚਾਰ ਕਰੇਗਾ। ਤੇ ਧਰਮ ਸਾਨੂੰ ਇਹੀ ਗੱਲ ਕਹਿੰਦਾ ਵੀ ਸੱਚ ਦੀ ਵਿਚਾਰ ਕਰਨੀ ਹੈ, ਸੱਚ ਵਾਲੇ ਪਾਸੇ ਜਾਣਾ ਹੈ। ਤੇ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸ ਗੱਲ ਉੱਤੇ ਕਹਿ ਰਹੇ ਨੇ ਕਿ ਧਰਮ ਇਸ ਤਰ੍ਹਾਂ ਕਰਕੇ ਕਹਿੰਦੇ ਆਪਣਾ ਧਰਮ ਹੈ ਜੋ ਉਹਨੂੰ ਨਿਭਾਉਣ ਦੀ ਗੱਲ ਕੀ ਹੈ, ਪਹਿਲਾਂ ਅਸੀਂ ਆਪ ਦਾ ਧਰਮ ਨਿਭਾਈਏ। ਜਿਹੜੇ ਸਾਡੇ ਨਾਲ ਦੇ ਜਿਹੜੇ ਸਾਡੇ ਬਾਬੇ ਨੇ ਜਾਂ ਕਿਤੇ ਸਾਡੇ ਭਾਈ ਜਿਹੜੇ ਗੁਰਦੁਆਰਿਆਂ 'ਚ ਕੰਮ ਕਰਦੇ ਨੇ ਨਾ, ਉਹਨਾਂ ਨੂੰ ਪਹਿਲਾਂ ਉਠਾਈਏ ਉੱਚਾ। ਜੇ ਉਹਨਾਂ ਨੂੰ, ਕਿਉਂਕਿ ਸਾਡੀ ਅਰਦਾਸ ਬੇਨਤੀ ਉਹਨਾਂ ਨੇ ਕਰਨੀ ਹੈ। ਕਈ ਵਾਰ ਮਨ 'ਚ ਆਉਂਦਾ ਵੀ ਜੇ ਨਹੀਂ ਅਰਦਾਸ ਕਰੂ ਕੋਈ ਗੱਲ ਨਹੀਂ, ਵੀ ਨਾ ਕਰੋ ਵੀ, ਤੇ ਇਹ ਵੀ ਠੀਕ ਹੈ ਗੱਲ, ਵੀ ਜੇ ਨਹੀਂ, ਜੇ ਸਰਦਾ ਪਰਮਾਤਮਾ ਤੋਂ ਬਿਨਾਂ, ਤੇ ਫਿਰ ਜਿਹੜਾ ਪਰਮਾਤਮਾ ਤੋਂ ਬੇਮੁਖ ਹੋ ਜਾਂਦਾ। ਨਾਲ ਇਹ ਵੀ ਗੱਲ ਕਹਿ ਦੇਵਾਂ
ਬੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ, ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਆ ਜਿੰਨੇ ਮਾਇਆ ਦੇ ਭੋਗ ਜਿਹੜੇ ਰਚੀ ਬੈਠਾ ਨਾ, ਜਿੱਦੇ ਪਰਮਾਤਮਾ ਨੂੰ ਭੁੱਲ ਗਿਆ ਤੇ ਉਸ ਦਿਨ ਪਰਮਾਤਮਾ ਨੂੰ ਭੁੱਲਣ ਤੋਂ ਬਾਅਦ ਕਿਤੇ ਸਾਰੇ ਕੌੜੇ ਲੱਗਣ ਲੱਗ ਜਾਣਗੇ। ਇਹ ਸਾਰੇ ਕੌੜੇ ਲੱਗਣ ਲੱਗ ਜਾਣਗੇ। ਜਿਹੜੇ ਹੁਣ ਕਹਿਣਾ ਨਾ ਸਭੇ ਮਸਤੂ ਮਿੱਠੀਆਂ ਸੱਚਾ ਨੌ ਕੌੜਾ, ਜਿਹੜਾ ਕੌੜਾ ਨਾਮ ਪਰਮਾਤਮਾ ਦਾ, ਜਿਹੜਾ ਮਿੱਠਾ ਨਾਮ ਉਹਨੂੰ ਕੌੜਾ ਕਰਕੇ ਜਾਣਦਾ, ਇੱਕ ਦਿਨ ਐਸਾ ਆਵੇਗਾ ਪਰਮਾਤਮਾ ਦੇ ਨਾਮ ਤੋਂ ਜਦੋਂ ਹੀਣਾ ਹੋ ਗਿਆ, ਫਿਰ ਕੋਈ ਨਾ ਪੁੱਛੇ ਤੇਰੀ ਬਾਤ, ਕੋਈ ਨਹੀਂ ਪੁੱਛਦਾ। ਫਿਰ ਤਾਂ ਫਿਰ ਇਹ ਵੀ ਹੋਵੇ ਨਾ, ਜਦੋਂ ਪਰਮਾਤਮਾ ਦੀ ਨਗਰ ਉਹ ਪੁੱਠੀ ਹੋ ਜੇ ਤਾਂ ਫਿਰ ਕਹਿੰਦੇ ਸੁਲਤਾਨਾ ਘਾਓ ਕਰਾਂਦੇ ਨਦਰ ਉਪੱਠੀ ਜੇ ਕਰੇ। ਆਪਾਂ ਆਸਾ ਦੀ ਵਾਰ ਵਿੱਚ ਸੁਣਦੇ ਹਾਂ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ। ਤੇ ਕਹਿਣ ਦਾ ਭਾਵ ਕਿ ਜਿਹੜਾ ਪਰਮਾਤਮਾ ਤੋਂ ਵਿਛੜ ਗਿਆ ਸੋ ਜੀਵਿਆ, ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜੀਵੇ। ਕੋਈ ਜਿਹਦੇ ਮਨ ਵਿੱਚ ਪਰਮਾਤਮਾ ਵਸ ਗਿਆ ਨਾ ਧਰਮ ਦਇਆ ਕਰਕੇ। ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੇਖਦੇ ਆ ਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਤੇ ਇੱਕ ਆਵਾਜ਼ ਦੇ ਵਿੱਚ, ਬੁਲੰਦ ਆਵਾਜ਼ ਵਿੱਚ ਕਹਿਣਾ ਕੀਤਾ ਸੀ ਕਿ ਗੁਰੂ ਤੁਹਾਡੇ ਕੋਲੋਂ ਸੀਸ ਮੰਗਦਾ ਤੇ ਸੱਚੇ ਪਾਤਸ਼ਾਹ ਦੇ ਕੋਲ ਸਭ ਤੋਂ ਪਹਿਲਾਂ ਦਇਆ ਹੀ ਆਈ ਹੈ। ਜੇ ਦਇਆ ਆਈ ਹੈ ਨਾ ਤੇ ਤਾਂ ਧਰਮ ਆਇਆ। ਅਸੀਂ ਵੇਖਦੇ ਹਾਂ ਲਾਹੌਰ ਦੇ ਵਿੱਚੋਂ ਜਿੱਥੇ ਕਿਤੇ ਦਇਆ ਦਾ ਨਾਮੋ ਨਿਸ਼ਾਨ ਨਹੀਂ ਸੀ, ਜਿੱਥੇ ਵਾਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਦਿੱਤਾ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ, ਜਿਹਦੇ ਵਾਤੇ ਇਹ ਗੱਲ ਕਹਿ ਦਿੱਤੀ ਸੀ ਨਾ, ਉਹ ਲਾਹੌਰ ਸ਼ਹਿਰ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ 10ਵੀਂ ਜੋਤ ਨੇ ਦਇਆ ਕੱਢ ਕੇ ਦਵਾ ਦਿੱਤੀ, ਭਾਈ ਦਇਆ ਸਿੰਘ। ਜਿਹੜੀ ਦਿੱਲੀ ਦੇ ਵਿੱਚ ਧਰਮ ਦੀਆਂ ਨੀਹਾਂ ਕਹਿੰਦੇ ਖਤਮ ਹੋ ਚੁੱਕੀਆਂ ਸੀ, ਜਿਹੜੀ ਹਸਤਨਾਪੁਰ ਦੀ ਧਰਤੀ ਦੇ ਉੱਤੇ ਕਹਿੰਦੇ ਨੀਹਾਂ ਖਤਮ ਹੋ ਚੁੱਕੀਆਂ ਸੀ ਧਰਮ ਦੀਆਂ, ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਧਰਮ ਕੱਢ ਕੇ ਲਿਆਂਦਾ। ਪਹਿਲਾਂ ਦਇਆ ਫਿਰ ਧਰਮ। ਇਸ ਕਰਕੇ ਗੁਰੂ ਨਾਨਕ ਮਹਾਰਾਜ ਨੇ ਥਿਊਰੀ ਦਿੱਤੀ, ਆਪਾਂ ਕੱਲ੍ਹ ਵੀ ਗੱਲ ਕੀਤੀ ਸੀ, ਥਿਊਰੀ ਲਿਖਤੀ ਰੂਪ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਧੌਲ ਧਰਮ ਦਇਆ ਕਾ ਪੂਤ, ਦਇਆ ਦਾ ਪੁੱਤ ਹੈ ਧਰਮ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪ੍ਰੈਕਟੀਕਲ ਕਰਕੇ ਦਿਖਾ ਦਿੱਤਾ ਕਿ ਭਾਈ ਸੱਚ ਦੇ ਵਿੱਚ ਜੇ ਦਇਆ ਹੈ ਤਾਂ ਧਰਮ ਹੈ। ਤੇ ਧਰਮ ਦੇ ਵਿੱਚ ਲੱਗੇ ਅਸੀਂ ਲੋਕ ਕਹਿੰਦੇ ਜੇ ਉਸ ਧਰਮ ਨੂੰ ਕਹਿੰਦੇ ਵਿਚਾਰ ਨੂੰ ਮੰਨਣਾ ਕਰਾਂਗੇ ਨਾ, ਅੰਤਰ ਆਤਮੇ ਦੇ ਵਿੱਚ ਇਹ ਗੱਲ ਨੂੰ ਕਬੂਲ ਲਾਂਗੇ ਵੀ ਅਸੀਂ ਇਸ ਧਰਮ ਦੀ ਵਿਚਾਰ ਨੂੰ ਰੱਖਣਾ, ਅਸੀਂ ਧਰਮ ਨੂੰ ਜਿਉਂਦਾ ਰੱਖਣਾ। ਤੇ ਧਰਮ ਨੂੰ ਜਿਉਂਦਾ ਤਾਂ ਰੱਖਿਆ ਜਾ ਸਕਦਾ ਜੇ ਤੁਹਾਨੂੰ ਉਪਦੇਸ਼ ਦੇਣ ਵਾਲੇ ਲੋਕ ਜਿਉਂਦੇ ਨੇ, ਜੇ ਤੁਹਾਨੂੰ ਧਰਮ ਦੀ ਗੱਲ ਕਰਨ ਵਾਲੇ ਲੋਕ ਜਿਉਂਦੇ ਨੇ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਤੁਹਾਡੇ ਤੱਕ ਪਹੁੰਚਾਉਣ ਵਾਲੇ ਜਿਉਂਦੇ ਨੇ, ਤਾਂ ਕਹਿੰਦੇ ਉਹਨਾਂ ਨੂੰ ਫਿਰ ਕਰੇ ਇਹ ਧਰਮ ਬਚ ਸਕਦਾ ਹੈ। ਨਹੀਂ ਤਾਂ ਅੱਜ ਵੇਖਦੇ ਹਾਂ ਹੌਲੀ ਹੌਲੀ ਕਰਦੇ ਕਰਦੇ ਕਦੇ ਗੁਰਦੁਆਰਿਆਂ ਦੇ ਵਿੱਚੋਂ ਕਹਿੰਦੇ ਅੱਜ ਬਹੁਤ ਐਸੇ ਸਥਾਨ ਨੇ ਜਿਨ੍ਹਾਂ ਦੇ ਉੱਤੇ ਵੀ ਗ੍ਰੰਥੀ ਸਿੰਘ ਦੀ ਬਹੁਤ ਘਾਟ ਹੈ। ਤੇ ਰੱਖੇ ਕਿੱਦਾਂ ਦੇ ਗ੍ਰੰਥੀ ਹੋਏ ਨੇ, ਫਿਰ ਕਹਿੰਦੇ ਜੀ ਜਪਜੀ ਸਾਹਿਬ ਦੀ ਥਾਂ 'ਤੇ ਨਾ ਜਗ ਗ੍ਰੰਥੀ ਨੇ ਰਹਿਰਾਸ ਸਾਹਿਬ ਪੜ੍ਹ ਦਿੱਤੀ। ਕਾਰਨ ਕੀ ਹੋਇਆ ਕਿ ਜਿਹਨੂੰ ਪਤਾ ਹੀ ਹੈ ਨਹੀਂ। ਆਪਾਂ ਬੰਦਾ ਪਿੰਡ ਦਾ ਰੱਖ ਲਿਆ ਜਾਂ ਕਹਦੀ ਇਹ ਵੀ ਕਿਤੇ ਹੋਰ ਰੱਖ ਲਿਆ, ਕੋਈ ਵੀ ਰੱਖ ਲਿਆ, ਜਿਹਨੂੰ ਇੰਨਾ ਨਹੀਂ ਪਤਾ ਸੀ ਵੀ ਜਪਜੀ ਸਾਹਿਬ ਦੇ 'ਚ ਪੌੜੀਆਂ ਕਿੰਨੀਆਂ ਨੇ, ਉਹ ਬੰਦਾ ਰੱਖ ਲਿਆ। ਤੇ ਫਿਰ ਕਹਿੰਦੇ ਸੈਲਰੀ ਦਿੱਤੀ ਸਾਰੀ 2000 2500 3000 ਵੱਧ ਤੋਂ ਵੱਧ 5000 ਰੁਪਈਆ ਦੇ ਦਿੱਤਾ। ਤੇ ਕਹਿੰਦੇ ਉਹ ਲੋਕ ਫਿਰ ਜਦੋਂ ਜਪਜੀ ਸਾਹਿਬ ਦਾ ਕਹਿੰਦੇ ਰਹਿਰਾਸ ਸਾਹਿਬ ਬਣਾ ਦਿੰਦੇ ਨੇ, ਨਹੀਂ ਫਿਰ ਸਾਨੂੰ ਪਤਾ ਲੱਗਦਾ ਵੀ ਇਹ ਤਾਂ ਬਹੁਤ ਗਲਤ ਹੋ ਰਿਹਾ। ਫਿਰ ਅਸੀਂ ਬਾਬੇ ਨੂੰ ਕਹਿੰਦੇ ਹਾਂ ਜਾ ਕੇ, ਬਾਬਾ ਜੀ ਇਹ ਤਾਂ ਗਲਤ ਕਰੀ ਜਾ ਰਹੇ ਹੋ ਤੁਸੀਂ। ਇਹ ਬਾਬਾ ਗਲਤ ਨਹੀਂ ਕਰ ਰਿਹਾ, ਇਹ ਪਹਿਲਾਂ ਤੁਸੀਂ ਗਲਤ ਕੀਤਾ ਜੀ। ਉਹ ਗਲਤ ਕਰਦੇ ਨੇ ਤਾਂ ਅੱਜ ਇਹ ਹਾਲਤ ਹੈ। ਇਸ ਕਰਕੇ ਜਿਹੜਾ ਧਰਮ ਦੀ ਗੱਲ ਕਰਦੇ ਆ, ਇਕੱਲਾ ਧਰਮ ਦੀਆਂ ਗੱਲਾਂ ਹੀ ਨਾ ਰਹਿ ਜਾਣ, ਧਰਮ ਦੀ ਵਿਚਾਰ ਵੀ ਸਾਡੇ ਵਿੱਚ ਆਵੇ। ਤੇ ਜੇਕਰ ਧਰਮ ਦੀ ਵਿਚਾਰ ਲਿਆਉਣੀ ਹੈ ਤੇ ਪਹਿਲਾਂ ਆਪਣੇ ਆਪ ਨੂੰ ਸੁਧਾਰਨਾ ਪਵੇਗਾ। ਜੇ ਆਪਣੇ ਘਰ ਦੇ ਵਿੱਚ ਕਰਾਉਣੀ ਹੈ ਨਾ ਗੁਰੂ ਕੀ ਬਾਣੀ ਦੀ ਪ੍ਰਕਾਸ਼, ਤੇ ਉਹ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜ਼ਰੂਰੀ ਹੈ, ਪਰ ਕਹਿੰਦੇ ਉਹਦਾ ਵੀ ਜ਼ਰੂਰੀ ਹੈ ਜਿਹਨੇ ਉਹ ਪਾਠ ਨੂੰ ਸੁਣਾਉਣਾ, ਚਾਹੇ ਪਾਠੀ ਚਾਹੇ ਗ੍ਰੰਥੀ ਹੋਇਆ। ਮੈਂ ਨਾ ਛੱਤੀਸਗੜ੍ਹ ਦੇ ਇਲਾਕੇ ਦੇ ਵਿੱਚ ਗਿਆ,
ਉੱਥੋਂ ਦੇ ਲੋਕਾਂ ਦੀ ਜਿਹੜੀ ਇੰਨੀ ਵਿਚਾਰ ਸੋਹਣੀ, ਮੈਂ ਪੰਜਾਬ ਤੋਂ ਬਾਹਰ ਦੀ ਗੱਲ ਹੈ, ਮੱਧ ਪ੍ਰਦੇਸ਼ ਦੇ ਨਾਲ ਛੱਤੀਸਗੜ੍ਹ ਦਾ ਇਲਾਕਾ ਹੈ, ਉੱਥੋਂ ਦੇ ਲੋਕ ਉਹ ਜਿਹੜੇ ਪਾਕਿਸਤਾਨ ਤੋਂ ਆਏ ਹੋਏ ਲੋਕ, ਉਹ ਲੋਕ ਨੇ ਉੱਥੇ ਰਹਿੰਦੇ, ਉਹ ਗੁਰੂ ਕੀ ਬਾਣੀ ਨੂੰ ਇੰਨਾ ਕੁ ਪਿਆਰ ਕਰਦੇ ਨੇ, ਇੰਨਾ ਕੁ ਉਹਨਾਂ ਦਾ ਪਿਆਰ ਹੈ ਕਿ ਪਹਿਲਾਂ, ਸਭ ਤੋਂ ਪਹਿਲਾਂ ਗ੍ਰੰਥੀ ਸਿੰਘ ਦਾ ਸਤਿਕਾਰ, ਉਸ ਤੋਂ ਬਾਅਦ ਉਹਨਾਂ ਨੇ ਕਰਨਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰ ਨੂੰ ਆਪਣੇ ਅੰਤਰ ਆਤਮੇ ਦੇ ਵਿੱਚ ਵਸਾਉਣ ਦਾ ਭਾਵ ਕੀ ਹੈ। ਜਦੋਂ ਗ੍ਰੰਥੀ ਨੂੰ ਉਹਨਾਂ ਨੇ ਪੂਰੇ ਤੌਰ 'ਤੇ ਉਹਦੇ ਖਰਚੇ ਸਾਰੇ ਪੂਰੇ ਕਰ ਦਿੱਤੇ, ਉਹਨੂੰ ਕੋਈ ਝਾਕ ਨਹੀਂ ਰਹੇਗੀ। ਟੌਂਡੇਂਦੀਏ ਸੁਹਾਗ ਕੂ ਤਉ ਤਨ ਕਾਈ ਕੋਰ, ਜਿੰਨਾ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ। ਕਿਉਂਕਿ ਜਿਹਨੂੰ ਝਾਕ ਉਹਨੂੰ ਰਹਿੰਦੀ ਹੈ ਵੀ ਜਿਹੜੇ ਬੰਦੇ ਦੇ ਕੋਲੇ ਕੁਝ ਹੋਵੇ ਨਾ। ਮੇਰੇ ਕੋਲੇ ਮੰਨ ਲਓ ਅੱਜ ਕੁਝ ਹੈ ਹੀ ਨਹੀਂ, ਅਤੇ ਮੈਂ ਫਲਾਣੇ ਤੋਂ ਵੀ ਮੰਨੂਗਾ, ਉਹ ਤੋਂ ਵੀ ਮੰਗੂ, ਦੂਜੇ ਤੋਂ ਵੀ, ਤੀਜੇ ਤੋਂ ਵੀ ਭਾਈ ਮੈਨੂੰ ਇੰਨਾ ਕੁ ਪੈਸੇ, ਜਾ ਕੇ ਦੇ ਵੀ ਕੋਈ ਗਲਤ ਕਾਰਜ ਕਰੂੰਗਾ ਜਾ ਕੇ, ਅਤੇ ਫਿਰ ਜਦੋਂ ਗਲਤ ਕਾਰਜ ਕਰਦਾ ਤਾਂ ਫਿਰ ਗੁਰੂ ਘਰ ਦਾ ਨਾਮ ਵੀ ਬਦਨਾਮ ਹੁੰਦਾ। ਅਤੇ ਜੇ ਗੁਰੂ ਘਰ ਦਾ ਨਾਮ ਬਦਨਾਮ ਹੁੰਦਾ ਤਾਂ ਧਰਮ ਦੀ ਹਾਨੀ ਹੁੰਦੀ ਹੈ। ਅਤੇ ਧਰਮ ਦੀ ਹਾਨੀ ਸ਼ੁਰੂ ਕਿੱਥੋਂ ਹੋਈ? ਮੇਰੀਆਂ ਜ਼ਰੂਰਤਾਂ ਤੋਂ। ਅਤੇ ਜੇਕਰ ਕਹਿੰਦੇ ਮੇਰੇ ਬੱਚਿਆਂ ਦੀ ਜਾਂ ਸਾਰੇ ਕਾਸੇ ਦਾ ਖਰਚਾ ਜਿਹੜਾ ਹੋ ਗਿਆ, ਅਤੇ ਕਹਿੰਦੇ ਇਹਨੂੰ ਚੰਗੀ ਤਰ੍ਹਾਂ ਵਧੀਆ ਢੰਗ ਦੇ ਨਾਲ ਲੋਕਾਂ ਨੇ ਵਧੀਆ ਢੰਗ ਨਾਲ ਗ੍ਰੰਥੀ ਦੀ ਪਰਵਰਿਸ਼ ਕਰਨੀ ਸ਼ੁਰੂ ਕਰ ਦਿੱਤੀ, ਅਤੇ ਗ੍ਰੰਥੀ ਨੇ ਵੀ ਧਰਮ ਦੀ ਵਿਚਾਰ, ਸੱਚ ਦੀ ਵਿਚਾਰ ਦੇਣੀ ਸ਼ੁਰੂ ਕਰ ਦਿੱਤੀ। ਅਤੇ ਪਹਿਲਾਂ ਜਦੋਂ ਸੱਚ ਦੀ ਵਿਚਾਰ ਦੇਣੀ ਸ਼ੁਰੂ ਕਰ ਦਿੱਤੀ, ਅਤੇ ਧਰਮ ਦੀ ਵਿਚਾਰ ਵਿੱਚ ਧਰਮ ਕਮਾਉਣ ਦੀ ਜਗ੍ਹਾ ਜਿਹੜੀ ਜਗ੍ਹਾ ਆ ਗਈ ਗੁਰੂ ਘਰ, ਉਹ ਕਹਿੰਦੇ ਪਵਿੱਤਰ ਬਣ ਗਿਆ। ਗੁਰੂ ਘਰ ਹੁੰਦਾ ਪਵਿੱਤਰ ਹੈ, ਪਰ ਕਹਿੰਦੇ ਸਾਡੀਆਂ ਜਿਹੜੀਆਂ ਮਨ ਦੀਆਂ ਭਾਵਨਾਵਾਂ ਨੇ, ਸਾਡੇ ਜਿਹੜੇ ਅਤੇ ਜਿਸ ਤਰ੍ਹਾਂ ਦੇ ਸਾਡੇ ਹਾਲਾਤ ਨੇ, ਉਹਦੇ ਨਾਲ ਅਪਵਿੱਤਰ ਹੋ ਸਕਦਾ ਹੈ। ਹਰਿਮੰਦਰ ਸਾਹਿਬ ਆਪਾਂ ਕਹਿੰਦੇ ਵੀ ਸਾਰੇ ਜਾ ਕੇ ਨਾ, ਹਰ ਕੋਈ ਕਹਿੰਦਾ ਜੀ ਮੈਂ ਝਾੜੂ ਵੀ ਲਾ ਦੇਵਾਂ, ਮੈਂ ਪੋਚਾ ਵੀ ਲਾ ਦੇਵਾਂ, ਮੈਂ ਆਹ ਵੀ ਕਰ ਦੇਵਾਂ। ਹਰਿਮੰਦਰ ਸਾਹਿਬ ਜਾ ਕੇ ਸਾਰੇ ਸੇਵਾ ਕਰਨ ਨੂੰ ਸ਼ੁਰੂ ਹੋ ਜਾਂਦੇ ਆ, ਪਰ ਕਹਿੰਦੇ ਜਦੋਂ ਸਾਡੇ ਗੁਰੂ ਘਰ ਦੇ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਉਹ ਪਾਵਨ ਅਸਥਾਨ ਹੈ, ਅਤੇ ਚੌਥੇ ਪਾਤਸ਼ਾਹ ਦੀ ਅੰਸ਼ ਵੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਢੀ ਸੁਲਤਾਨ, ਅਤੇ ਜੇ ਸੋਢੀ ਸੁਲਤਾਨ ਦੀ ਵੰਸ਼ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵ ਕਿ ਗੁਰੂ ਰਾਮਦਾਸ ਮਹਾਰਾਜ ਇਸ ਪਾਵਨ ਅਸਥਾਨ 'ਤੇ ਵੀ ਆਏ ਨੇ, ਇਹਦਾ ਮਤਲਬ ਬਣ ਗਿਆ ਇਹ। ਅਤੇ ਜੇਕਰ ਉਹੀ ਗੁਰੂ ਰਾਮਦਾਸ ਮਹਾਰਾਜ ਜੋਤ 오ਹਾਂ ਜੁਗਤ ਸਾਇੰਸ ਹੈ ਕਾਇਆ ਫੇਰ ਪਲਟੀ ਹੈ, ਕਹਿੰਦੇ ਜੇ ਉਹੀ ਕਾਇਆ ਪਲਟ ਕੇ ਜੋਤ ਉਹੀ ਗੁਰੂ ਨਾਨਕ ਦੀ ਜੋਤ ਉਹੀ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਾਵਨ ਅਸਥਾਨ 'ਤੇ ਆਈ ਹੈ, ਅਤੇ ਇਹਦਾ ਮਤਲਬ ਇਹ ਵੀ ਉਹੀ ਪਾਵਨ ਅਸਥਾਨ ਬਣ ਗਿਆ ਉਹਨਾਂ ਹਰਿਮੰਦਰ ਸਾਹਿਬ ਬਣ। ਕਿਉਂਕਿ ਜਿੱਥੇ ਗੁਰੂ ਕੀ ਬਾਣੀ ਪ੍ਰਗਟ ਹੈ ਨਾ, ਪ੍ਰਗਟ ਰੂਪ ਦੇ ਵਿੱਚ ਬਾਣੀ ਪ੍ਰਕਾਸ਼ ਹੈ, ਉਹ ਸਾਰਾ ਹਰਿਮੰਦਰ ਸਾਹਿਬ ਬਣ ਗਿਆ, ਉਹ ਸਾਰਾ ਉਹ ਸਥਾਨ ਬਣ ਗਿਆ। ਇਸ ਕਰਕੇ ਜੇ ਧਰਮ ਦੀ ਗੱਲ ਕਰਨੀ ਹੈ ਨਾ, ਪਹਿਲਾਂ ਅਸੀਂ ਆਪਣੇ ਆਪ ਦੇ ਵਿੱਚ ਧਰਮ ਲੈ ਕੇ ਆਈਏ, ਦੂਜਿਆਂ ਨੂੰ ਬਾਅਦ 'ਚੋਂ ਕਹਾਂਗੇ, ਦੂਜਿਆਂ ਨੂੰ ਬਾਅਦ 'ਚੋਂ ਕਹਿਣੀ ਹੈ ਇਹ ਗੱਲ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ। ਜੇ ਤੂੰ ਆਪਣੇ ਆਪ ਵਿੱਚ ਧਰਮ ਲੈ ਕੇ ਆਏਗਾ, ਆਪਣੇ ਆਪ ਵਿੱਚ ਦਇਆ ਦੀ ਵਿਚਾਰ ਲੈ ਕੇ ਆਏਗਾ, ਅਤੇ ਇਸ ਤਰ੍ਹਾਂ ਕਰਕੇ ਕਹਿੰਦੇ ਫਿਰ ਅੰਤਰ ਆਤਮ ਵਿੱਚ ਜਿੱਦੇ ਦਇਆ ਪੈਦਾ ਹੋ ਗਈ ਧਰਮ ਆ ਜਾਵੇਗਾ, ਅਤੇ ਜਿੱਦੇ ਧਰਮ ਆ ਗਿਆ ਅਤੇ ਫਿਰ ਇਹ ਦਿਸੇਗਾ ਕਿ ਸਭ ਮੈਂ ਜੋਤ ਜੋਤ ਹੈ ਸੋਏ, ਇਹ ਦਿਸੇਗੀ। ਫਿਰ ਗ੍ਰੰਥੀ ਸਿੰਘ ਵਿੱਚ ਵੀ, ਫਿਰ ਆਮ ਲੋਕਾਂ ਵਿੱਚ ਵੀ, ਫਿਰ ਮੁੱਲਾ ਵਿੱਚ ਵੀ, ਫਿਰ ਕਾਜੀ ਵਿੱਚ ਵੀ ਇਹੀ ਦਿਸੇਗਾ ਕਿ ਏਕ ਪਿਤਾ ਏਕ ਸਕੇ ਹਮ ਬਾਰਕ। ਫਿਰ ਹਰ ਇੱਕ ਦੀ ਜ਼ਰੂਰਤ ਪੂਰੀ ਕਰੇਗਾ, ਹਰ ਇੱਕ ਦੀ ਸੇਵਾ ਕਰੇਗਾ, ਅਤੇ ਫਿਰ ਕਹਿੰਦੇ ਇਹੀ ਸਭ ਤੋਂ ਵੱਡਾ ਧਰਮ ਹੈ। ਇਸ ਕਰਕੇ ਜਦੋਂ ਕਹਿੰਦੇ ਪਰਮਾਤਮਾ ਨੇ ਧਰਤੀ, ਜਿਹੜੀ ਧਰਤੀ ਦੇ ਵਿੱਚ ਧਰਮ ਨੂੰ ਕਹਿੰਦੇ ਪੈਦਾ ਕਰਦਾ ਹੈ, ਧਰਮ ਦੀ ਵਿਚਾਰ ਬਣਾਉਂਦਾ ਹੈ, ਅਤੇ ਕਹਿੰਦੇ ਉਹ ਜੀਵਾਂ ਦੇ ਵਿੱਚ ਗੁਣਕਾਰੀ ਹੈ, ਗੁਣ ਕਰਨਹਾਰ ਹੈ, ਅਤੇ ਉਹਦਾ ਮਨ ਕਹਿੰਦੇ ਆਪਣਾ ਪੂਰਨ ਹੈ, ਉਹ ਪਰਮਾਤਮਾ ਪੂਰਾ ਹੈ। ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਉਹ ਪੂਰਾ ਸਤਿਗੁਰੂ ਪਰਮਾਤਮਾ ਦੀਨ ਦੁਨੀਆ ਦਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਦੋਂ ਕਹਿੰਦੇ ਸਾਡੇ 'ਤੇ ਰਹਿਮਤਾਂ ਬਖਸ਼ਿਸ਼ਾਂ ਕਿਰਪਾ ਕਰਦਾ ਨਾ,
ਤੇ ਫਿਰ ਇਸ ਤਰ੍ਹਾਂ ਕਰਕੇ ਉਹ ਇਸ ਸੰਸਾਰ ਵਿੱਚ ਲੋਕਾਂ ਨੂੰ ਸਿੱਧੇ ਰਾਹੇ ਪਾਉਣ ਵਾਸਤੇ ਧਰਮ ਦੀ ਵਿਚਾਰ ਗੁਰੂ ਦੇ ਰਾਹੀਂ ਪੈਦਾ ਕਰਦਾ ਹੈ। ਧੱਦਾ ਧੂਰ ਪੜੈ ਮੁਖ ਮਸਤਕ ਕੰਚਨ ਭਏ ਮਨੂਰਾ। ਤੇ ਫਿਰ ਕਹਿੰਦੇ ਜਿਸ ਕਿਸੇ ਮਨੁੱਖ ਦੇ ਭਾਗਾਂ ਵਾਲੇ ਮਨੁੱਖ ਦੇ ਮੂੰਹ ਮੱਥੇ ਤੇ ਕਹਿੰਦੇ ਗੁਰੂ ਦੀ ਚਰਨ ਧੂੜੀ ਪੈ ਜਾਂਦੀ ਹੈ। ਜਿਹੜਾ ਮਨੁੱਖ, ਅਸੀਂ ਚਰਨ ਧੂੜ ਦੀ ਗੱਲ ਕਰਦੇ ਆ ਨਾ, ਕਈ ਵਾਰ ਜੋੜਿਆਂ ਦੀ ਸੇਵਾ ਕਰਦੇ ਹਾਂ ਆਪਾਂ, ਤੇ ਜੋੜਿਆਂ ਦੀ ਸੇਵਾ ਕਰਨ ਲੱਗੇ ਕਈ ਵਾਰ ਇਹ ਨਾ ਹੋਵੇ ਵੀ ਇਹਦੀ ਜਿਹੜੀ ਮਿੱਟੀ ਹੈ ਜਿਹੜੀ ਇਹਦੇ 'ਤੇ ਦੋ ਚਾਰ ਥੋੜ੍ਹੇ ਮੋਟੇ ਕਣ ਪਏ ਹੋਏ ਨੇ ਉਹਦੇ ਉੱਤੇ ਪੈ ਜਾਣ, ਇਹ ਮਨ ਵਿੱਚ ਨਾ ਆਵੇ। ਜਿਹੜੀ ਵਿਚਾਰ ਹੈ ਉਹ ਹੈ ਕਿ ਮੇਰੇ ਮਨ ਦੇ ਉੱਤੇ ਗੁਰੂ ਦੀ ਚਰਨ ਧੂੜੀ ਪੈ ਜਾਵੇ, ਗੁਰੂ ਦੇ ਸ਼ਬਦ ਦੀ ਵਿਚਾਰ ਮੇਰੇ ਮਨ ਵਿੱਚ ਵਸ ਜਾਵੇ, ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਕਹਿ ਰਵਿਦਾਸ ਇੱਕ ਬੇਨਤੀ ਹਰਿ ਸਿਉ, ਪੈਜ ਰਾਖੋ ਰਾਜਾ ਰਾਮ ਮੇਰੀ। ਉਹ ਪਰਮਾਤਮਾ ਨੂੰ ਕਹਿ ਰਹੇ ਨੇ ਕਿ ਭਾਈ ਦੁਨੀਆ ਦੇ ਲੋਕਾਂ ਨੂੰ ਸਮਝਾਉਣਾ ਕਰਦੇ ਨੇ ਵੀ ਜੇ ਭਾਵਨਾ ਬਣਾਉਣੀ ਹੈ, ਕਈ ਵਾਰ ਅਗਲਾ ਕਹਿੰਦਾ ਜੀ ਮੈਂ ਤਾਂ ਘਰੇ ਬਹਿ ਕੇ ਪਾਠ ਕਰ ਲਿਆ, ਹੋ ਗਿਆ ਮੇਰਾ ਪਾਠ, ਤਾਂ ਹੋ ਗਿਆ, ਵਧੀਆ ਚੰਗੀ ਗੱਲ ਹੈ ਭਾਈ, 1 2 3 4 ਜਿੰਨੀਆਂ ਮਰਜ਼ੀ ਬਾਣੀਆਂ ਦੇ ਪਾਠ ਕਰ, ਪਰ ਇੱਕ ਗੱਲ ਹੈ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਪਿਆਰ ਨਹੀਂ ਪੈਦਾ ਹੁੰਦਾ। ਜਿਹੜਾ ਪਿਆਰ ਹੈ ਨਾ ਸੰਗਤ ਦਾ, ਸੰਗਤ ਵਿੱਚ ਆ ਕੇ ਉਹ ਪਿਆਰ ਪੈਦਾ ਹੋਣਾ ਗੁਰੂ ਦੇ ਪ੍ਰਤੀ। ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਾ ਹੋਏ ਤੇਰੀ। ਤੇ ਭਾਵਨਾ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਪਿਆਰ ਸੰਗਤ ਵਿੱਚ ਆ ਕੇ ਪੈਦਾ ਹੁੰਦਾ ਹੈ, ਭਾਵਨਾ ਸੰਗਤ ਵਿੱਚ ਆ ਕੇ ਪੈਦਾ ਹੁੰਦੀ ਹੈ, ਤੇ ਸੰਗਤ ਤੋਂ ਬਿਨਾਂ ਕਹਿੰਦੇ ਭਾਵਨਾ ਪੈਦਾ ਨਹੀਂ ਹੁੰਦੀ। ਤੇ ਇਸ ਕਰਕੇ ਭਾਵਨਾ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ, ਅੰਨੀ ਸ਼ਰਧਾ ਨਾ ਹੋਵੇ ਮੈਂ ਬਿਉਲ ਦੇਵਾਂ, ਸ਼ਰਧਾ ਵਿਸ਼ਵਾਸ ਤੋਂ ਬਿਨਾਂ ਕਹਿੰਦੇ ਭਗਤੀ ਨਹੀਂ ਹੋ ਸਕਦੀ। ਇਸ ਕਰਕੇ ਜਿਹੜੇ ਮਨੁੱਖ ਦੇ ਉੱਤੇ ਗੁਰੂ ਦੇ ਚਰਨ ਧੂੜ ਪੈ ਜਾਵੇ, ਸੰਗਤ ਦੀ ਚਰਨ ਧੂੜ ਪੈ ਜਾਵੇ, ਸੰਗਤ ਦੇ ਜੋੜਿਆਂ ਦੀ, ਸੰਗਤ ਦੇ ਚਰਨਾਂ ਦੀ ਕੋਈ ਜਿਹੜੀ ਚਰਨ ਧੂੜ ਪੈ ਜਾਵੇ, ਕਿਉਂਕਿ ਅਸੀਂ ਪੜ੍ਹਦੇ ਹਾਂ ਨਾ ਵਿੱਚ ਸੰਗਤ ਹਰਿ ਪ੍ਰਭ ਵਸੈ ਜੀਉ, ਉਹ ਪਰਮਾਤਮਾ ਸੰਗਤ ਵਿੱਚ ਰਹਿੰਦਾ। ਤੇ ਜੇਕਰ ਪਰਮਾਤਮਾ ਸੰਗਤ ਵਿੱਚ ਰਹਿੰਦਾ ਤੇ ਕਹਿੰਦੇ ਜਦੋਂ ਗੁਰਦੁਆਰੇ ਆਉਨੇ ਹੁੰਦੇ ਨਾ, ਕਿਸੇ ਨਾਲ ਈਰਖਾ ਦਵੈਤ ਨਾ ਰੱਖਿਆ ਕਰੀਏ। ਇੱਥੇ ਕੋਈ ਪਤਾ ਨਹੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਹੜੇ ਵਿੱਚ ਦੀ ਆ ਕੇ ਕੀ ਬੋਲ ਜਾਣ, ਤੇ ਕੋਈ ਪਤਾ ਨਹੀਂ ਕਿਹੜੀ ਮਨੁੱਖ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਕੋਈ ਬੋਲ ਬੋਲਿਆ ਜਾਵੇ। ਅਸੀਂ ਕਹਿੰਦੇ ਸਾਰੇ ਅਸੀਂ ਮਨੁੱਖ ਹੀ ਆਉਂਦੇ ਹਾਂ, ਠੀਕ ਹੈ ਜੀ, ਇੱਥੇ ਦੇਵਤੇ ਵੀ ਹੈ, ਕੋਈ ਪਤਾ ਨਹੀਂ ਕਿਹੜਾ ਕਿੱਦਾਂ ਦਾ ਹੈ, ਕਿਹੜਾ ਕਿੱਦਾਂ ਦਾ। ਕਈ ਵਾਰ ਅਰਦਾਸ ਕਰਦੇ ਹੁੰਦੇ ਹਾਂ ਅਤੇ ਅਰਦਾਸ ਕਰਦੇ ਸਮੇਂ ਵੇਖਦੇ ਹਾਂ ਨਾ, ਇੱਕਦਮ ਬਹੁਤ ਜ਼ਿਆਦਾ ਗਰਮੈਸ਼, ਇੱਕਦਮ ਜਿਵੇਂ ਬਹੁਤ ਜ਼ਿਆਦਾ ਭੀੜ ਲੱਗਦੀ ਹੈ ਸਾਨੂੰ, ਅਤੇ ਇੱਦਾਂ ਮਹਿਸੂਸ ਹੁੰਦਾ ਵੀ ਬਹੁਤ ਜ਼ਿਆਦਾ ਦਰਬਾਰ ਭਰਿਆ ਪਿਆ। ਅਤੇ ਇੱਥੇ ਇਹ ਨਾ ਸਮਝਿਆ ਕਰੀਏ ਵੀ ਇਕੱਲਾ ਸਿਰਫ ਦਰਬਾਰ ਵਿੱਚ ਅਸੀਂ ਬੈਠੇ ਹਾਂ, ਮੈਂ ਹੀ ਬੈਠਾ, ਦਰਬਾਰ ਵਿੱਚ ਪਤਾ ਨਹੀਂ ਕਿੰਨੇ ਕੁ ਲੋਕ ਬੈਠੇ ਨੇ। ਉਹ ਪਰਮਾਤਮਾ ਦੀ ਵਿਚਾਰ ਹੈ। ਇਸ ਕਰਕੇ ਜਦੋਂ ਸੰਗਤ ਦੀ ਕੋਈ ਚਰਨ ਧੂੜ, ਸੰਗਤ ਦੇ ਵਿੱਚੋਂ ਕਿਸੇ ਨੇ ਕੋਈ ਬੋਲ ਦਿੱਤਾ ਤੇ ਚੁੱਪ ਕਰ ਜਾਵੋ, ਕਿ ਮਾੜਾ ਨਾ ਬੋਲੋ ਉਹਨੂੰ, ਤੇ ਮਾੜਾ ਨਾ ਬੋਲੀਏ, ਕਿਉਂਕਿ ਜਦੋਂ ਚਰਨ ਧੂੜ ਪੈ ਜਾਂਦੀ ਏ, ਨਿਕੰਮੇ ਲੋਹੇ ਵਰਗਾ ਜਿਹੜਾ ਲੋਹਾ ਗਲਿਆ ਹੋਇਆ ਲੋਹਾ, ਕਹਿੰਦੇ ਜਦੋਂ ਗਲੇ ਹੋਏ ਲੋਹੇ ਦੇ ਨਾਲ ਵੀ ਕਿਤੇ ਪਾਰਸ ਛੂਹ ਜਾਵੇ, ਪਾਰਸ ਕਹਿੰਦੇ ਉਹਦੇ ਨਾਲ ਟੱਚ ਕਰ ਜਾਵੇ, ਤੇ ਗੁਰਮੁਖ ਪਿਆਰਿਓ ਉਹ ਵੀ ਸੋਨਾ ਹੋ ਜਾਂਦਾ ਹੈ। ਤੇ ਜਿਹਦੇ ਕਦੇ ਗੁਰੂ ਕਿਰਪਾ ਕਰ ਦੇਵੇ, ਕਦੇ ਟੁੱਟਿਆ ਹੋਇਆ, ਹਾਰਿਆ ਹੋਇਆ, ਡਿੱਗਿਆ ਹੋਇਆ ਮਨੁੱਖ ਕਹਿੰਦੇ ਜਦੋਂ ਗੁਰੂ ਦੇ ਚਰਨਾਂ 'ਤੇ ਆ ਜਾਂਦਾ ਨਾ, ਜਦੋਂ ਕਹਿ ਦਿੰਦਾ ਕਿ ਸਗਲ ਦਵਾਰ ਕੋ ਛੱਡ ਕੇ ਗਏ ਦੁਆਰ ਦੁਆਰ, ਤੇ ਫਿਰ ਸਤਿਗੁਰੂ ਉਹਦੇ ਕੀ ਕਰਦੇ ਨੇ, ਉਸ ਦਿਨ ਗੁਰੂ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦੇ ਨੇ। ਤੇ ਸਤਿਗੁਰ ਕਿਰਪਾ ਕਰਕੇ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਉਹ ਟੁੱਟੇ ਹੋਏ, ਹਾਰੇ ਹੋਏ ਮਨੁੱਖ ਨੂੰ ਕਹਿੰਦੇ ਗੁਰੂ ਇੰਨੀ ਕੁ ਕਿਰਪਾ ਕਰ ਦਿੰਦਾ ਗੁਰਮੁਖ ਪਿਆਰਿਓ, ਆਪਣੇ ਗਲੇ ਦੀ ਨੇੜਾ ਲਾ ਕੇ ਤੇ ਆਪਣਾ ਰੂਪ ਬਣਾ ਦਿੰਦਾ। ਤੇ ਤਾਂ ਹੀ ਫਿਰ ਕਹਿ ਦਿੱਤਾ ਰਗ ਰੇਟੇ ਗੁਰੂ ਕੇ ਬੇਟੇ,
ਤਾਂ ਹੀ ਕਹਿ ਦਿੱਤਾ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਜੇ ਗੁਰੂ ਨੇ ਗਲੇ ਨਾਲ ਲਾਇਆ ਸੀ ਤਾਂ ਹੀ ਕਿਹਾ ਨਾ। ਇਸ ਕਰਕੇ ਜਿਨ੍ਹਾਂ ਨੇ ਕਹਿੰਦੇ ਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਫਿਰ ਕਹਿੰਦੇ ਗੁਰੂ ਨੇ ਪਾਰਸ, ਗੁਰੂ ਨੇ ਲੋਹੇ ਤੋਂ ਕਹਿੰਦੇ ਸੋਨੇ ਕਰ ਦਿੱਤੇ ਹਨ। ਧਨ ਧਰਨੀ ਤਰ ਆਪ ਅਜੂਨੀ, ਤੋਲ ਬੋਲ ਸੱਚ ਪੂਰਾ। ਇਸ ਗੁਰੂ ਨੇ ਕਹਿੰਦੇ ਹਰੀ ਨੂੰ ਆਪਣਾ ਧਨ ਬਣਾਉਣਾ ਕੀਤਾ। ਗੁਰੂ ਨੇ, ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ ਸਾਡਾ, ਗੁਰੂ ਗਿਆਨ ਹੈ, ਗੁਰੂ ਵਿਚਾਰ ਹੈ, ਜਿਹੜਾ ਸਾਨੂੰ ਗੁਰੂ ਦੀ ਗੱਲ ਸੁਣਾਉਂਦਾ, ਗੁਰੂ ਦੀ ਵਿਚਾਰ ਸੁਣਾਉਣ ਵਾਲਾ। ਹੁਣ ਕਹਿੰਦੇ ਗੁਰੂ ਨੇ ਧਨ ਬਣਾਇਆ ਤੇ ਉਸ ਹਰੀ ਨੂੰ ਧਰਤੀ ਦਾ ਸਹਾਰਾ, ਅਜੂਨੀ, ਅਜੂਨੀ ਕਹਿੰਦੇ ਨੇ ਜਿਹੜਾ ਜੂਨਾਂ ਵਿੱਚ ਨਾ ਆਵੇ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ। ਇਸੇ ਲਈ ਕਹਿੰਦੇ ਉਹ ਆਪ ਹੀ ਵੀ ਹਰੀ ਵਾਂਗ ਤੇ ਤੋਲ ਬੋਲ ਵਿੱਚ ਸੱਚਾ ਪੂਰਾ ਹੈ। ਤੋਲ ਬੋਲ ਵਿੱਚ ਸੱਚਾ ਪੂਰਾ ਕਿਉਂ? ਕਿਉਂਕਿ ਆਪੀ ਕਹਿੰਦੇ ਆ ਵੀ ਗੁਰੂ ਤੇ ਪਰਮੇਸ਼ਰ ਇੱਕ ਨੇ। ਜਿਵੇਂ ਦਿਲ ਦਿਮਾਗ ਜੁੜ ਗਿਆ ਪਰਮੇਸ਼ਰ ਵਾ, ਹਿਰਦਾ ਬਣ ਗਿਆ, ਤੇ ਜਦੋਂ ਗੁਰੂ ਪਰਮੇਸ਼ਰ ਹੋ ਗਏ ਤੇ ਗੁਰ ਪਰਮੇਸ਼ਰ ਏਕੋ ਜਾਣ। ਗੁਰੂ ਤੇ ਪਰਮੇਸ਼ਰ ਵਿੱਚ ਕਦੇ ਭੇਦ ਨਾ ਸਮਝੀ ਵੀ ਗੁਰੂ ਹੋਰ ਹੈ ਤੇ ਪਰਮੇਸ਼ਰ ਹੋਰ ਹੈ। ਕਈ ਵਾਰ ਮਨ 'ਚ ਆ ਜਾਂਦੀ ਹੈ ਨਾ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਨਹੀਂ ਕਿਹਾ ਵੀ ਮੈਂ ਪਰਮੇਸ਼ਰ ਹੈ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਲੀਅਰ ਹੀ ਕਰ ਦਿੱਤੀ, ਜਮੀ ਬਿਲੀ ਕਿਉਂ ਲਈ ਕਹਿ ਦਿੱਤਾ। ਜਿਵੇਂ ਹੋਰ ਧਰਮਾਂ ਦੇ ਜਿਹੜੇ ਮਹਾਂਪੁਰਸ਼ ਨੇ ਜਾਂ ਕਹਦੀ ਅਵਤਾਰੀ ਪੁਰਸ਼ ਨੇ, ਜਾਂ ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਕਹਿ ਦਈਏ, ਤੇ ਇਹਨਾਂ ਨੇ ਕਿਹਾ ਵੀ ਅਸੀਂ ਭਗਵਾਨ ਹੈ, ਸਾਡੇ ਤੋਂ ਅੱਗੇ ਕੁਛ ਵੀ ਨਹੀਂ। ਇਹਨਾਂ ਨੇ ਕਿਹਾ ਅਸੀਂ ਭਗਵਾਨ ਹੈ। ਸ਼੍ਰੀ ਕ੍ਰਿਸ਼ਨ ਜੀ ਦੀ ਗੱਲ ਕਰੀਏ ਤਾਂ ਉਹ ਜਦੋਂ ਗੀਤਾ ਦੇ ਵਿੱਚ ਪੜ੍ਹਦੇ ਆ ਨਾ, ਗੀਤਾ ਵਿੱਚ ਉਹ ਆਪਣੇ ਆਪ ਨੂੰ ਭਗਵਾਨ ਦੱਸਦੇ ਨੇ। ਅਵਤਾਰੀ ਪੁਰਸ਼ ਨੇ ਪਏ ਨਹੀਂ ਕਹਿੰਦੇ, ਨਹੀਂ ਹਨ, ਅਵਤਾਰੀ ਪੁਰਸ਼ ਜ਼ਰੂਰ ਹਨ, ਪਰ ਕਹਿੰਦੇ ਭਗਵਾਨ ਉਹ ਅਕਾਲ ਪੁਰਖ ਹੈ, ਜਿਹੜਾ ਇਹਨਾਂ ਤੋਂ ਵੀ ਉੱਪਰ ਬੈਠਾ ਹੈ। ਸ਼੍ਰੀ ਕ੍ਰਿਸ਼ਨ ਜੀ 14 ਕਲਾ ਸਨ, 16 ਕਲਾ ਸੰਪੂਰਨ, 14 ਕਲਾ ਰਾਮ ਜੀ ਤੇ 16 ਕਲਾ ਕ੍ਰਿਸ਼ਨ ਜੀ। ਤੇ ਕਹਿੰਦੇ ਜਦੋਂ ਗੁਰੂ ਨਾਨਕ ਬਾਰੇ ਪੜ੍ਹਦੇ ਆ ਤੇ ਅਨੰਤ ਕਲਾ ਹੋਏ ਠਾਕੁਰ ਚੜ੍ਹਿਆ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਤੇ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਚਾਹੁੰਦੇ ਤਾਂ ਆਪਣੇ ਆਪ ਨੂੰ ਕਹਿ ਸਕਦੇ ਸੀ ਵੀ ਮੈਂ ਹੀ ਰੱਬ ਹਾਂ ਭਾਈ, ਹੋਰ ਦੋ ਅੱਗੇ ਰੱਬ ਨਹੀਂ ਹੈਗਾ। ਪਰ ਉਹਨਾਂ ਨੇ ਕੀ ਕਿਹਾ? ਉਹ ਕਹਿੰਦੇ ਕਿ ਰੱਬ ਹੈ ਕਿਹੜਾ? ਇੱਕ ਓੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ। ਇਹ ਰੱਬ ਹੈ, ਮੈਂ ਰੱਬ ਨਹੀਂ, ਇਹ ਰੱਬ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਗੱਲ ਕੀਤੀ ਵੀ ਮਹਾਰਾਜ ਤੁਸੀਂ ਰੱਬ ਹੋ, ਤੁਸੀਂ ਪਰਮਾਤਮਾ, ਤੁਸੀਂ ਭਗਵਾਨ ਹੋ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨਹੀਂ, ਮੈਂ ਭਗਵਾਨ ਨਹੀਂ ਹਾਂ। ਭਗਵਾਨ ਕੌਣ ਹੈ? ਰੱਬ ਕੌਣ ਹੈ? ਪਰਮੇਸ਼ਰ ਕੌਣ ਹੈ? ਕਹਿੰਦੇ ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇ। ਕਹਿੰਦੇ ਉਹ ਪਰਮੇਸ਼ਰ ਆ ਜਿਹਦਾ ਕੋਈ ਚੱਕਰ ਨਹੀਂ, ਚਿਹਨ ਨਹੀਂ, ਰੰਗ ਨਹੀਂ, ਰੂਪ ਨਹੀਂ, ਜਾਤ ਨਹੀਂ, ਪਾਤ ਨਹੀਂ। ਕਹਿੰਦੇ ਕਿਸੇ ਦੇ ਥਾਂ 'ਤੇ ਖਾਸ ਥਾਂ 'ਤੇ ਰਹਿਣ ਵਾਲਾ ਨਹੀਂ, ਉਹ ਪਰਮੇਸ਼ਰ ਹੈ, ਮੈਂ ਪਰਮੇਸ਼ਰ ਨਹੀਂ। ਜਦੋਂ ਕਿਸੇ ਨੇ ਕਿਹਾ ਵੀ ਮਹਾਰਾਜ ਤੁਸੀਂ ਵੀ ਪਰਮੇਸ਼ਰ ਦਾ ਰੂਪ ਹੋ, ਤੁਹਾਨੂੰ ਪਰਮੇਸ਼ਰ ਕਹਿ ਦਿੰਦੇ ਆ, ਤੇ ਮਹਾਰਾਜ ਕਹਿੰਦੇ ਜੋ ਹਮਕੋ ਪਰਮੇਸ਼ਰ ਉਚਰੈ ਸੇ ਸਭ ਨਰਕ ਕੁੰਡ ਮੈਂ ਪਰ ਹੈ। ਦੇਖੋ ਕਿੱਡੀ ਵੱਡੀ ਗੱਲ ਆ। ਅਸੀਂ ਹਰੇਕ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹੀ ਜਾ ਰਹੇ ਹਾਂ। ਤੇ ਕਿਸੇ ਨੇ ਨਾ ਕਹਿ ਦਿੱਤਾ ਕਿ ਇੱਕ ਸਮਾਂ ਆਇਆ, ਗਾਂਧੀ ਹੈ ਨਾ ਜਿਹੜਾ, ਮਹਾਤਮਾ ਗਾਂਧੀ ਕਹਿੰਦੇ ਅਸੀਂ, ਮੈਂ ਸਿੱਧਾ ਮੋਹਨ ਦਾਸ ਕਰਮਚੰਦ ਗਾਂਧੀ ਜਿਹਦਾ ਨਾਮ ਹੈ, ਉਹ ਕਹਿੰਦਾ ਵੀ ਗੁਰੂ ਗੋਬਿੰਦ ਸਿੰਘ ਇੱਕ ਭੁਲੱਕੜ ਅਵਤਾਰ ਹੋਇਆ ਹੈ, ਭੁਲੱਕੜ ਅਵਤਾਰ ਕਹਿ ਦਿੱਤਾ। ਇਸ ਗੱਲ ਦਾ ਜਦੋਂ ਨਾ ਪਤਾ ਕਹਿੰਦੇ ਗਿਆਨੀ ਦਿੱਤ ਸਿੰਘ ਜੀ ਨੂੰ ਲੱਗਿਆ, ਜਦੋਂ ਇਸ ਗੱਲ ਦੀ ਵਿਚਾਰ ਗਿਆਨੀ ਦਿੱਤ ਸਿੰਘ ਨੂੰ ਪਤਾ ਲੱਗੀ, ਤੇ ਗਿਆਨੀ ਦਿੱਤ ਸਿੰਘ ਨੇ ਜਾ ਕੇ ਉਸ ਸਮੇਂ ਕਹਿੰਦੇ ਫਿਰ
ਉਹ ਜਿਹੜਾ ਮਹਾਤਮਾ ਗਾਂਧੀ ਹੈ ਨਾ, ਉਹਨੂੰ ਪੁੱਛਣਾ ਕੀਤਾ ਵੀ ਕਾਰਨ ਕੀ ਤੁਸੀਂ ਕਿਹਾ ਭੁਲੱਕੜ ਜਿਹੜਾ ਗੁਰੂ ਗੋਬਿੰਦ ਸਿੰਘ ਭੁਲੱਕੜ ਅਵਤਾਰ ਹੈ, ਭੁੱਲਣ ਵਾਲਾ ਹੈ, ਤੇ ਕਹਿੰਦੇ ਤੁਸੀਂ ਕਿਉਂ ਕਿਹਾ? ਉਹ ਕਹਿੰਦੇ ਜਿਹੜਾ ਮਹਾਤਮਾ ਗਾਂਧੀ ਚੁੱਪ ਕਰ ਗਿਆ ਵੀ ਮੈਨੂੰ ਨਹੀਂ ਪਤਾ। ਉਹ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਭੁਲੱਕੜ ਅਵਤਾਰ ਦੱਸਦੇ ਹੋ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਅੱਜ ਸੁਨਤ ਹੋਤੀ ਸਭ ਕੀ। ਕਹਿੰਦੇ ਸਾਰਾ ਕੁਝ ਖਤਮ ਹੋ ਜਾਣਾ ਸੀ, ਤੁਹਾਡੇ ਵਰਗੇ ਕਿੱਥੇ ਹੋਣੇ ਸੀ ਅੱਜ। ਅੱਜ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾ ਹੁੰਦੇ ਤਾਂ ਮੁਗਲ ਰਾਜ ਹੋਣਾ ਸੀ। ਮੁਗਲਾਂ ਨੇ ਇੱਦਾਂ ਦਾ ਰਾਜ ਕਰਨਾ ਸੀ ਕਿ ਅੱਜ ਜਿਹੜੇ ਲੋਕ ਇਹ ਵੱਡੇ ਵੱਡੇ ਨਾਅਰੇ ਲਾਉਂਦੇ ਫਿਰਦੇ ਨੇ ਨਾ ਵੀ ਸਾਡਾ ਰਾਜ ਦਿੱਲੀ ਦੇ ਤਖਤ 'ਤੇ, ਸਾਡਾ ਰਾਜ, ਕਹਿੰਦੇ ਇਹਨਾਂ ਨੂੰ ਦਿੱਲੀ ਦੇ ਤਖਤ 'ਤੇ ਤਾਂ ਦੂਰ ਦੀ ਗੱਲ, ਦਿੱਲੀ ਦੇ ਵਿੱਚ ਨਹੀਂ ਵੜਨ ਦੇਣਾ ਸੀ। ਅੱਜ ਇਹਨਾਂ ਦੀ ਇਹ ਹਾਲਤ ਹੋ ਜਾਣੀ ਸੀ। ਤੇ ਕਹਿੰਦੇ ਉਸ ਸਮੇਂ ਉਹ ਗਿਆਨੀ ਦਿੱਤ ਸਿੰਘ ਜੀ ਨੇ ਜਦੋਂ ਸਵਾਲ ਕੀਤੇ ਨੇ, ਕੁਝ ਜਿਹੜੇ ਸਵਾਲ ਕੀਤੇ ਨੇ, ਤੇ ਉਹਨਾਂ ਦੇ ਨਾਲ ਜਿਹੜੇ ਹੋਰ ਵੀ ਕੁਝ ਵਿਦਵਾਨ ਸਨ, ਤੇ ਉਹਨਾਂ ਨੇ ਜਦੋਂ ਇੱਦਾਂ ਦੀ ਵਿਚਾਰ ਕੀਤੀ, ਤੇ ਕਹਿੰਦੇ ਉਸ ਸਮੇਂ ਮੈਂ ਕਹਿੰਦੇ ਜਦੋਂ ਇਹ ਵਿਚਾਰ ਦੇ ਵਿੱਚ ਜਿਹੜੇ ਪ੍ਰਿੰਸੀਪਲ ਗੰਗਾ ਸਿੰਘ ਜੀ ਨਾਲ, ਉਹਨਾਂ ਨੇ ਸਵਾਲ ਕੀਤੇ ਕਿ ਜਿਹੜੇ ਇਹ ਤੁਸੀਂ ਗੱਲ ਕਰ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਭੁਲੱਕੜ ਸਨ, ਉਹ ਲੜਾਕੂ ਸਨ ਜਾਂ ਉਹ ਹੋਰ ਕਿਸ ਤਰ੍ਹਾਂ ਦੇ ਸਵਾਲ ਕੀਤੇ ਉਹਨਾਂ ਦੇ ਨਾਲ। ਕਹਿੰਦੇ ਕਾਰਨ ਕੀ? ਕਹਿੰਦੇ ਵੀ ਤੁਹਾਡੇ ਕ੍ਰਿਸ਼ਨ ਦੀ ਵੀ ਗੱਲ ਕੀਤੀ ਉਹਨਾਂ ਨੇ, ਵੀ ਤੁਹਾਡਾ ਕ੍ਰਿਸ਼ਨ ਵੀ ਤਾਂ ਇੱਦਾਂ ਦਾ ਹੀ ਹੈ ਨਾ, ਉਹਨੇ ਵੀ ਹਥਿਆਰ ਚੁੱਕੇ ਨੇ, ਗੁਰੂ ਗੋਬਿੰਦ ਸਿੰਘ ਨੇ ਹਥਿਆਰ ਚੁੱਕੇ ਤੇ ਕ੍ਰਿਸ਼ਨ ਜੀ ਨੇ ਹਥਿਆਰ ਚੁੱਕੇ। ਤੇ ਫਿਰ ਉਹਨਾਂ ਨੇ ਇਹ ਗੱਲ ਕਹਿਣਾ ਕੀਤੀ ਵੀ ਗੀਤਾ ਦਾ ਦੱਸੋ ਉਚਾਰਨ ਕਿੱਥੇ ਹੋਇਆ? ਹਥਿਆਰ ਕ੍ਰਿਸ਼ਨ ਜੀ ਨੇ ਵੀ ਚੁੱਕੇ ਨੇ। ਉਹ ਕਹਿੰਦੇ ਨਹੀਂ, ਕ੍ਰਿਸ਼ਨ ਜੀ ਨੇ ਹਥਿਆਰ ਨਹੀਂ ਚੁੱਕੇ, ਉਹਨਾਂ ਨੇ ਧਰਮ ਦੇ ਵਿੱਚ ਹਥਿਆਰ ਚੁੱਕੇ ਨਹੀਂ ਹਨ। ਉਹ ਕਹਿੰਦੇ ਵੀ ਚੁੱਕੇ ਹਨ। ਤੇ ਕਹਿੰਦੇ ਉਸ ਸਮੇਂ ਉਹ ਕਹਿੰਦੇ ਵੀ ਗੀਤਾ ਦਾ ਉਚਾਰਨ ਕਿੱਥੇ ਹੋਇਆ? ਉਹ ਕਹਿੰਦੇ ਵੀ ਗੀਤਾ ਦਾ ਉਚਾਰਨ ਮਹਾਭਾਰਤ ਵਿੱਚ ਹੋਇਆ। ਤੇ ਮਹਾਭਾਰਤ ਵਿੱਚ ਕਹਿੰਦੇ ਅਰਜੁਨ ਨੂੰ ਇਹ ਗਿਆਨ ਦੇ ਰਹੇ ਨੇ ਜਿਹੜੇ ਕ੍ਰਿਸ਼ਨ ਜੀ। ਤੇ ਕਹਿੰਦੇ ਜਦੋਂ ਇਹ ਗਿਆਨ ਦੀ ਵਿਚਾਰ ਦੇ ਰਹੇ ਨੇ, ਉਸ ਸਮੇਂ ਗਾਂਧੀ ਕਹਿਣ ਲੱਗਿਆ ਕਿ ਇਹ ਤਾਂ ਅੰਦਰ ਦੀ ਗੀਤਾ। ਕਹਿੰਦੇ ਜੇ ਅੰਦਰ ਦੀ ਗੀਤਾ ਤੇ ਕ੍ਰਿਸ਼ਨ ਵੀ ਫਿਰ ਅੰਦਰ ਦੀ ਮੰਨੋ, ਬਾਹਰਲੇ ਕ੍ਰਿਸ਼ਨ ਮੰਨਣ ਦੀ ਲੋੜ ਨਹੀਂ। ਤੇ ਕਹਿੰਦੇ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਹਥਿਆਰ ਨਾ ਚੁੱਕਦੇ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਸ ਤਰ੍ਹਾਂ ਸ਼ਸਤਰ ਨਾ ਉਠਾਉਂਦੇ, ਅੱਜ ਕਹਿੰਦੇ ਹੋਰ ਕੁਝ ਹੋਣਾ ਸੀ, ਅੱਜ ਇੱਦਾਂ ਬੈਠੇ ਨਹੀਂ ਹੋਣਾ ਸੀ ਅਸੀਂ। ਇਸ ਤਰ੍ਹਾਂ ਕਰਕੇ ਕਹਿਣ ਦਾ ਭਾਵ ਜਿਹੜਾ ਪੂਰਾ ਸਤਿਗੁਰੂ ਆ, ਜਿਹੜਾ ਪਰਮਾਤਮਾ ਅਕਾਲ ਪੁਰਖ ਪੂਰਾ ਹੈ, ਉਹਦੇ ਪਰਮ ਸਰੂਪ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ, ਪਰ ਆਪਣੇ ਆਪ ਨੂੰ ਪਰਮੇਸ਼ਰ ਨਹੀਂ ਕਹਿਣਾ ਕੀਤਾ। ਕਰਤੇ ਕੀਮਤ ਕਰਤਾ ਜਾਣੈ ਕੈ ਜਾਣੈ ਗੁਰਸੂਰਾ। ਤੇ ਕਹਿੰਦੇ ਉਸ ਵਾਹਿਗੁਰੂ ਦੀ ਮਾਪਦੰਡ ਉਹ ਪਰਮਾਤਮਾ ਦੇ ਬਾਰੇ ਆਪ ਹੀ ਜਾਣਦਾ। ਕਹਿ ਦਈਏ ਵੀ ਪਰਮਾਤਮਾ ਜਿਹੜਾ ਅਕਾਲ ਪੁਰਖ ਹੈ ਨਾ, ਉਹਦੇ ਬਾਰੇ ਕੋਈ ਹੋਰ ਦੂਜਾ ਨਹੀਂ ਜਾਣ ਸਕਦਾ। ਜੇ ਮੈਂ ਕਹਿੰਦਾ ਵੀ ਮੈਂ ਪਰਮਾਤਮਾ ਬਾਰੇ ਪੂਰਾ ਜਾਣ ਲੂੰ, ਨਹੀਂ ਹੋ ਸਕਦਾ। ਜੇ ਮੈਂ ਕਹਿੰਦਾ ਵਾਂ ਵੀ ਹਾਂ ਆਪਾਂ ਸਾਰੇ ਜਾਣ ਲਵਾਂਗੇ, ਨਹੀਂ ਜਾਣ ਸਕਦੇ। ਜਿਹੜਾ ਸ਼ੇਸ਼ਨਾਗ ਦੀ ਕਈ ਵਾਰ ਗੱਲ ਕੀਤੀ ਹੈ ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਦੇ ਵਿੱਚ, ਉਹਦੇ ਤਕਰੀਬਨ ਕਹਿੰਦੇ ਨੇ ਕਿ 10,000 ਮੂੰਹ ਤੇ 20,000 ਜੀਭਾਂ ਨੇ। 2 ਜੀਭਾਂ ਕਹਿੰਦੇ ਨੇ ਨਾ ਛੱਪਦੀਆਂ ਹੁੰਦੀਆਂ ਨੇ, ਤੇ 20,000 ਮੂੰਹਾਂ ਦੇ ਨਾਲ ਵੀ ਕਹਿੰਦੇ ਉਹ ਜਿੰਨੀ ਵੀ ਉਸਤਤ ਪਰਮਾਤਮਾ ਦੀ ਕਰਦਾ, ਉਹ 1 ਮਿੰਟ ਅੱਖ ਝਪਕਣ ਦੇ ਸਮੇਂ ਦੇ ਵਿੱਚ ਕਹਿੰਦੇ ਇੱਕ ਨਾਮ, ਇੱਕ ਵਾਰੀ ਦੇ ਵਿੱਚ 20,000 ਨਾਮ ਪਰਮੇਸ਼ਰ ਦੇ ਉਚਰਦਾ। ਤੇ ਪਰਮੇਸ਼ਰ ਨੂੰ 20,000 ਕਹਿੰਦੇ ਸਾਰੇ ਦਿਨਾਂ ਦੇ ਸਾਰੇ ਦਿਨ ਵਿੱਚ ਕਿੰਨਾ ਉਹ ਵਾਰੀ ਪਰਮੇਸ਼ਰ ਦੇ ਨਾਵਾਂ ਦੀ ਵਿਚਾਰ ਕਰਦਾ। ਤੇ ਅਜੇ ਵੀ ਸ਼ੇਸ਼ਨਾਗ ਕਹਿੰਦੇ ਉਸ ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ, ਪਰਮਾਤਮਾ ਦਾ ਅੰਤ ਨਹੀਂ ਪਾ ਸਕਿਆ। ਇਸ ਤਰ੍ਹਾਂ ਕਹਿਣ ਦਾ ਭਾਵ ਉਹ ਵਾਹਿਗੁਰੂ ਦੀਆਂ ਵਡਿਆਈਆਂ ਜਾਂ ਤਾਂ ਉਹ ਆਪ ਜਾਣਦਾ ਜਾਂ ਗੁਰ ਪਰਮੇਸ਼ਰ ਜਾਣਦਾ, ਗੁਰੂ ਜਾਂ ਪਰਮੇਸ਼ਰ। ਇਸ ਕਰਕੇ ਉਹ ਹਰੀ ਆਪ ਹੀ ਜਾਣਦਾ। ਸੂਰਮਾ ਹੈ, ਸਭ ਤੋਂ ਵੱਡਾ ਸੂਰਮਾ ਪਰਮਾਤਮਾ ਹੈ। ਸਭ ਤੋਂ ਵੱਡਾ ਸੂਰਮਾ ਪਰਮਾਤਮਾ, ਸਭ ਤੋਂ ਵੱਡਾ ਲਿਖਾਰੀ ਪਰਮਾਤਮਾ, ਕਿਉਂਕਿ ਉਹ ਪਰਮਾਤਮਾ ਹੀ ਹੈ ਜਿਹਨੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 1 ਓੰਕਾਰ ਤੋਂ ਲੈ ਕੇ 18, 10, 20 ਤੱਕ ਕਹਿੰਦੇ ਸਾਨੂੰ ਇਸ ਸੰਸਾਰ ਵਿੱਚ ਭੇਜ ਦਿੱਤੀ। ਜੈਸੀ ਮੈਂ ਆਵੇ ਖਸਮ ਕੀ ਬਾਣੀ,
ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਸ ਤਰ੍ਹਾਂ ਕਰਕੇ ਇਹ ਪੂਰੀ ਜਿਹੜਾ ਪਰਮਾਤਮਾ ਹੈ ਉਹ ਸੱਚਾ ਹੈ, ਉਹੀ ਸਭ ਤੋਂ ਵੱਡਾ ਸੂਰਮਾ। ਸੰਪੂਰਨ ਪੌੜੀ ਦੇ ਵਿੱਚ ਸਾਨੂੰ ਇਹੀ ਸਮਝਾਉਣਾ ਕੀਤੀ ਹੈ ਗੱਲ ਕਿ ਭਾਈ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਨੇ ਇਹ ਧਰਤੀ ਜਿਹੜੀ ਧਰਮਸਾਲ ਬਣਾਈ ਹੈ, ਧਰਮ ਦੀ ਵਿਚਾਰ ਬਣਾਈ ਹੈ, ਅਤੇ ਇਸ ਕਰਕੇ ਇਸ ਧਰਮਸ਼ਾਲਾ ਦੇ ਵਿੱਚ ਉਹ ਪਰਮੇਸ਼ਰ ਕਰਤੇ ਦੀਆਂ ਬੜਾਈਆਂ ਆਪ ਹੀ ਕਰਤਾ ਪਰਮੇਸ਼ਰ ਜਾਣਦਾ ਹੈ। ਇਸ ਤਰ੍ਹਾਂ ਕਰਕੇ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਨ, ਆਪਾਂ ਨੂੰ ਇਹ ਧਰਮ ਦੀ ਵਿਚਾਰ ਸਾਡੇ ਮਨ ਚਿਤ ਹਿਰਦੇ ਦੇ ਵਿੱਚ ਵਸ ਜਾਵੇ, ਅਸੀਂ ਵੀ ਧਰਮ ਵਾਲੀ ਵਿਚਾਰ ਨੂੰ ਸਮਝਣਾ ਕਰੀਏ। ਇਸ ਤਰ੍ਹਾਂ ਕਰਕੇ ਸਾਨੂੰ ਸਤਿਗੁਰੂ ਮਹਾਰਾਜ ਦੀ ਪਾਵਨ ਬਾਣੀ ਦੀ ਇਹ ਵਿਚਾਰ ਸਮਝਾਉਣਾ ਕਰਦੀ ਹੈ। ਇਕੱਲਾ ਧਰਮ ਦੂਜਿਆਂ ਨੂੰ ਕਹਿਣ ਵਾਸਤੇ ਦਾ ਹੋਵੇ, ਆਪਣੇ ਅੰਦਰ ਵੀ ਧਰਮ ਲੈ ਕੇ ਆਈਏ। ਜੇ ਅਸੀਂ ਧਰਮ ਦੀ ਵਿਚਾਰ ਆਪਣੇ ਅੰਦਰ ਲੈ ਕੇ ਆਵਾਂਗੇ, ਸਾਨੂੰ ਵੇਖ ਕੇ ਹੀ ਦੂਜਾ ਧਰਮ ਅਪਣਾਵੇਗਾ। ਅਸੀਂ ਕਹੀ ਜਾਂਦੇ ਹਾਂ ਈਸਾਈ ਧਰਮ ਲੋਕ ਧਾਰਨ ਕਰੀ ਜਾ ਰਹੇ ਨੇ, ਅਤੇ ਕਾਰਨ ਸਾਡਾ ਇਹੀ ਹੈ, ਅਸੀਂ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ, ਤਾਂ ਹੀ ਧਰਮ ਬਦਲੀਬ ਹੋ ਰਹੇ ਨੇ। ਇਸ ਕਰਕੇ ਭਾਈ ਜੇ ਗੁਰੂ ਵੱਲ ਆਉਣਾ ਤੇ ਗੁਰੂ ਦੀ ਵਿਚਾਰ ਨੂੰ ਮੰਨੀਏ, ਧਰਮ ਦੀ ਵਿਚਾਰ ਨੂੰ ਮੰਨੀਏ, ਸੱਚ ਦੀ ਵਿਚਾਰ ਨੂੰ ਮੰਨੀਏ, ਪਰਮੇਸ਼ਰ ਦੀ ਵਿਚਾਰ ਨੂੰ ਮੰਨਣਾ ਕਰੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਸਿੱਖ ਸੰਗਤਾਂ ਬਖਸ਼ਣ ਯੋਗ ਹੋ ਜੀ। ਬਖਸ਼ ਲੈਣਾ ਗੁਰੂ ਕੀਆਂ ਵਿਚਾਰਾਂ ਸਮਝ ਕੇ ਆਪਣੇ ਮਨ ਚਿੱਤ ਹਿਰਦੇ ਦੇ ਵਿੱਚ ਵਸਾ ਲੈਣੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕਰ